ਸਾਚੇ ਇਕ ਖੇਲ ਰਚਾਇਆ, ਕੋਇ ਨਾ ਕਿਸਹੀ ਜਿਹਾ ਉਪਾਇਆ। ਆਪੇ ਫਰਕ ਕਰੇ ਵੇਖ ਵਿਗਸੈ, ਸਭ ਰਸ ਦੇਹੀ ਮਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤਿਤ ਪਾਵਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਹਜ਼ੂਰੀ ਦਾ ਆਨੰਦ ਪ੍ਰਾਪਤ ਕਰ ਰਹੀ ਗੁਰੂ ਕੀ ਸੰਗਤ, ਸਤਿਗੁਰੂ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕਰਦਿਆਂ ਹੋਇਆਂ ਗੁਰੂ ਕੀ ਬਾਣੀ ਦੇ ਕੀਰਤਨ ਤੇ ਨਿਤਨੇਮ ਆਪ ਸੰਗਤਾਂ ਨੇ ਸਰਵਣ ਕੀਤੇ। ਇਸ ਵੇਲੇ ਲੜੀਵਾਰ ਗੁਰਬਾਣੀ ਦੀ ਕਥਾ ਦੇ ਅੰਦਰ ਸਤਿਗੁਰੂ ਨਿਹਾਲ ਕਰ ਰਹੇ ਨੇ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਤੀਜਾ। ਮਾਰੂ ਰਾਗ ਦਾ ਇਹ ਸ਼ਬਦ ਹੈ। ਮਹੱਲਾ ਨਾਮ ਗੁਰਮੁਖੋ ਸਰੂਪ ਦਾ ਹੈ ਕਿ ਕਿਹੜੇ ਸਰੂਪ ਦੇ ਵਿੱਚੋਂ ਬਾਣੀ ਆਈ ਹੈ। ਅੱਗੇ ਮਹਾਰਾਜ ਸਾਹਿਬ ਜੀਆਂ ਨੇ ਫਿਰ 3 ਅੰਕ ਪਾ ਦਿੱਤਾ ਹੈ ਅਤੇ 3 ਅੰਕ ਤੋਂ ਭਾਵ ਲੈ ਲੈਣਾ ਹੈ ਕਿ ਜਿਹੜਾ ਤੀਜਾ ਸਰੂਪ ਹੈ ਗੁਰੂ ਨਾਨਕ ਸਾਹਿਬ ਜੀ ਦਾ, ਉਹਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ। ਸੋ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇਹ ਆਪਾਂ ਸ਼ਬਦ ਸਰਵਣ ਕਰ ਰਹੇ ਹਾਂ। ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਉਪਦੇਸ਼ ਮਾਰੂ ਸੋਲਿਆਂ ਵਿੱਚ ਆਪ ਬਖਸ਼ਿਸ਼ ਕਰੋ। ਅਤੇ ਸਤਿਗੁਰਾਂ ਨੇ 24 ਸ਼ਬਦ ਉਸ ਧਰਤੀ 'ਤੇ ਸੰਗਤ ਨੂੰ ਬਖਸ਼ਿਸ਼ ਕੀਤੇ, ਜਿਸ ਦੇ ਵਿੱਚੋਂ 12 ਸ਼ਬਦ ਆਪਾਂ ਪਿਛਲੇ ਦੀਵਾਨਾਂ ਅੰਦਰ ਸਰਵਣ ਕਰ ਚੁੱਕੇ ਹਾਂ। ਅੱਜ ਮਹਾਰਾਜ ਸਾਹਿਬ ਜੀ 13 ਨੰਬਰ ਸ਼ਬਦ ਸਾਨੂੰ ਬਖਸ਼ਦੇ ਹਨ। ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ। ਸਤਿਗੁਰੂ ਜੀ ਫਰਮਾਉਂਦੇ ਨੇ, ਕਹਿਣ ਲੱਗੇ ਖੇਲ ਹੈ ਭਾਈ, ਸੰਸਾਰ ਜਿਹੜਾ ਹੈ ਨਾ ਇੱਕ ਖੇਡ ਹੈ, ਪ੍ਰਮਾਤਮਾ ਨੇ ਖੇਡੀ ਹੋਈ ਹੈ। ਜੋ ਮੇਰਾ ਸੱਚਾ ਹੈ ਨਾ ਅਕਾਲ ਪੁਰਖ ਪਰਮੇਸ਼ਰ, ਉਹ ਸੱਚੇ ਨੇ ਇਹ ਸੰਸਾਰ ਦੀ ਖੇਡ ਬਾਜੀ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਜਿਸ ਤਰ੍ਹਾਂ ਬਾਜੀਗਰ ਬਾਜੀ ਪਾਉਂਦਾ ਹੈ ਕਿਤੇ ਕਈ ਤਰ੍ਹਾਂ ਦੇ ਰੂਪ ਵਿਖਾ ਦਿੰਦਾ ਹੈ, ਇਸ ਤਰੀਕੇ ਦੇ ਨਾਲ ਇਹ ਪ੍ਰਮਾਤਮਾ ਨੇ ਸੰਸਾਰ ਦੀ ਬਾਜੀ ਪਾਈ ਹੈ। ਤੁਧ ਸੰਸਾਰ ਉਪਾਇਆ, ਸਿਰ ਧੰਦਾ ਲਾਇਆ। ਕਿਸੇ ਨੂੰ ਕਿਸੇ ਕੰਮ, ਕਿਸੇ ਨੂੰ ਕਿਸ ਕੰਮ। ਇਹ ਸੰਸਾਰ ਦੀ ਖੇਡ ਹੈ। ਪ੍ਰਮਾਤਮਾ ਨੇ ਸੰਸਾਰ ਬਾਜੀ ਰੂਪ, ਖੇਡ ਰੂਪ ਪੈਦਾ ਕੀਤਾ ਹੈ। ਮਹਾਰਾਜ ਕਹਿੰਦੇ ਮੇਰੇ ਪ੍ਰਭ ਸੱਚ ਹੈ। ਇੱਕ ਸੱਚੇ ਅਕਾਲ ਪੁਰਖ ਨੇ ਇਹ ਖੇਡ ਰਚਾਇਆ, ਇਹ ਸੰਸਾਰ ਰੂਪੀ ਖੇਡ ਨੂੰ ਖੇਡਿਆ ਹੈ, ਖੇਡਦਾ ਪਿਆ ਹੈ ਸੰਸਾਰ ਬਣਾ ਕੇ। ਕੋਈ ਨਾ ਕਿਸਹੀ ਜਿਹਾ ਉਪਾਇਆ। ਗੁਰਮੁਖੋ ਬੜੀ ਦੁਨੀਆ ਪੈਦਾ ਕੀਤੀ ਹੈ, ਪਰ ਇੱਕ ਵਰਗਾ ਉਹਨੇ ਦੂਜਾ ਪੈਦਾ ਨਹੀਂ ਕੀਤਾ ਹੈ। ਅਕਾਲ ਪੁਰਖ ਨੇ ਇੱਕ ਵਰਗਾ ਦੂਜਾ ਨਹੀਂ ਬਣਾਇਆ ਹੈ। ਹਰੇਕ ਦੇ ਵਿੱਚ ਕੋਈ ਨਾ ਕੋਈ ਫਰਕ ਹੈ। ਮਹਾਰਾਜ ਕਹਿਣ ਲੱਗੇ ਕੋਈ ਨਾ ਕਿਸ ਹੀ, ਮੰਨ ਲਓ 2 ਜੋੜੇ ਭਰਾ ਹੋਣ, ਜੋੜੀਆਂ ਭੈਣਾਂ ਹੋਣ, ਅਤੇ ਆਪਾਂ ਵੇਖ ਕੇ ਆਖ ਦਿੰਦੇ ਦੋਨੇ ਇੱਕੋ ਜਿਹੇ ਹੀ ਲੱਗਦੇ ਨੇ, ਪਰ ਨਹੀਂ, ਉਹਨਾਂ ਦੇ ਸੁਭਾਅ ਵਿੱਚ ਫਰਕ ਹੈ, ਉਹਨਾਂ ਦੇ ਬੋਲ ਚਾਲ ਦੇ ਵਿੱਚ ਫਰਕ ਹੈ, ਅਤੇ ਇਸ ਤਰ੍ਹਾਂ ਉਹਨਾਂ ਦੇ ਕੰਮ ਕਾਰ ਕਰਨ ਦੇ ਵਿੱਚ ਵੀ ਫਰਕ ਹੈ। ਇੱਕ ਵਰਗਾ ਦੂਜਾ ਪੈਦਾ ਹੀ ਨਹੀਂ ਕੀਤਾ। ਦਸਤਾਰ, ਗੁਫਤਾਰ ਅਤੇ ਇਸੇ ਤਰ੍ਹਾਂ ਰਫਤਾਰ, ਇਹ ਫਰਕ ਪਾਇਆ ਪਰਮਾਤਮਾ ਨੇ। ਇੱਕ ਵਰਗਾ ਦੂਜੇ ਦਾ ਕੱਪੜਾ ਨਹੀਂ, ਇੱਕ ਵਰਗੇ ਦੂਜੇ ਦੀ ਦਸਤਾਰ ਤੋਂ ਭਾਵ ਹੈ ਕਿ ਬਾਣਾ ਇੱਕ ਵਰਗਾ ਦੂਜਾ ਨਹੀਂ ਪਾਉਂਦਾ, ਔਰ ਇੱਕ ਵਰਗਾ ਦੂਜੇ ਨੂੰ ਸੋਭਾ ਵੀ ਨਹੀਂ ਪਾਉਂਦਾ। ਰਫਤਾਰ, ਤੁਰਨਾ, ਚਾਲ ਢਾਲ, ਬੈਠਣਾ ਉੱਠਣਾ, ਇਹ ਵੀ ਦੂਜੇ ਵਰਗਾ ਨਹੀਂ। ਅਤੇ ਗੁਫਤਾਰ ਕਹੀਏ ਵਚਨ ਵਿਲਾਸ ਕਰਨੇ, ਬੋਲਣ ਚੱਲਣ ਦਾ ਤਰੀਕਾ, ਇਹ ਵੀ ਦੂਜੇ ਵਰਗਾ ਨਹੀਂ। ਪਰਮਾਤਮਾ ਨੇ ਸੰਸਾਰ ਪੈਦਾ ਕੀਤਾ, ਇੱਕ ਵਰਗਾ ਦੂਜਾ ਬਣਾਇਆ ਹੀ ਨਹੀਂ। ਇੱਕ ਥਾਂ 'ਤੇ ਮਹਾਤਮਾ ਮਹਾਂਪੁਰਖ ਬੈਠੇ ਨਾ, ਤੇ ਕਹਿੰਦੇ ਜੋੜ ਮੇਲਾ ਲੱਗਿਆ ਹੋਇਆ, ਬੜੇ ਲੋਕ ਆ ਕੇ ਇਸ਼ਨਾਨ ਕਰਦੇ ਪਏ, ਅਤੇ ਉੱਥੇ ਇਸੇ ਤਰ੍ਹਾਂ 2 ਭਰਾ ਇੱਕੋ ਜਿਹਾ ਨੈਣ ਨਕਸ਼ ਬਿਲਕੁਲ। ਅਤੇ ਉਹ ਇੱਕ ਵਿਅਕਤੀ ਨੇ ਵੇਖ ਕੇ ਮਹਾਤਮਾ ਨੂੰ ਸਵਾਲ ਕੀਤਾ, ਕਹਿਣ ਲੱਗਾ ਜੀ ਤੁਸੀਂ ਆਖਦੇ ਹੋ ਵੀ ਇੱਕ ਵਰਗਾ ਦੂਜਾ ਹੀ ਨਹੀਂ ਪੈਦਾ ਕੀਤਾ, ਅਤੇ ਆਹ ਵੇਖੋ 2 ਇੱਕੋ ਜਿਹੇ ਰੱਬ ਨੇ ਪੈਦਾ ਕੀਤੇ। ਉਹ ਮਹਾਤਮਾ ਕਹਿਣ ਲੱਗੇ ਬੈਠ ਜਾ ਭਾਈ ਸਾਡੇ ਕੋਲ, ਤੈਨੂੰ ਇਹਦਾ ਵੀ ਉੱਤਰ ਦੇਵਾਂਗੇ।
ਤੇ ਜਦੋਂ ਇਸ਼ਨਾਨ ਕਰਨ ਵਾਸਤੇ ਉਹਨਾਂ ਨੇ ਕੱਪੜੇ ਉਤਾਰੇ ਨਾ, ਤੇ ਇੱਕ ਦੇ ਲੱਕ ਦੇ ਵਿੱਚ ਡੱਬ ਦੇ ਨਿਸ਼ਾਨ, ਤੇ ਇੱਕ ਦੇ ਲੱਕ ਦੇ ਵਿੱਚ ਨਹੀਂ। ਕਹਿਣ ਲੱਗੇ ਆ ਵੇਖ, ਤੈਨੂੰ ਆਖਿਆ ਸੀ ਨਾ ਇੱਕ ਵਰਗਾ ਦੂਜਾ ਬਣਾਇਆ ਹੀ ਨਹੀਂ ਉਹਨੇ, ਫਰਕ ਪਾਇਆ ਹੀ ਹੋਇਆ ਕੋਈ ਨਾ ਕੋਈ। ਸਤਿਗੁਰੂ ਕਹਿਣ ਲੱਗੇ ਕੋਈ ਨਾ ਕਿਸੇ ਹੀ ਜਿਹਾ ਉਪਾਇਆ, ਉਹਨੇ ਇੱਕ ਪੱਤੇ ਵਰਗਾ ਦੂਜਾ ਪੱਤਾ ਨਹੀਂ ਬਣਾਇਆ ਹੈ। ਮਨੁੱਖ ਦੀ ਤੇ ਦੂਰ ਦੀ ਗੱਲ ਹੈ। ਇੱਕ ਪਸ਼ੂ ਵਰਗਾ ਦੂਜਾ ਪਸ਼ੂ ਨਹੀਂ ਹੈ, ਪੰਛੀ ਵਰਗਾ ਦੂਜਾ ਪੰਛੀ ਨਹੀਂ ਹੈ। ਤੇ ਸਾਡੀਆਂ ਉਂਗਲਾਂ ਦੇ ਪ੍ਰਿੰਟ ਲੈ ਜਾਂਦੇ ਨਾ, ਅੱਖਾਂ ਦਾ ਪ੍ਰਿੰਟ ਲਿਆ ਜਾਂਦਾ ਨਾ, ਆਧਾਰ ਕਾਰਡ ਵਗੈਰਾ ਕੋਈ ਕਾਗਜ਼ ਪੱਤਰ ਬਣਦਾ, ਰੱਬ ਨੇ ਇੱਕ ਵਰਗੇ ਪ੍ਰਿੰਟ ਹੱਥਾਂ ਦੇ ਨਹੀਂ ਦੂਜੇ ਦੇ ਬਣਾਏ, ਕੋਈ ਨਾ ਕੋਈ ਫਰਕ ਰੱਖਿਆ ਹੋਇਆ। ਐਸਾ ਉਹ ਪਰਮਾਤਮਾ, ਐਸੀ ਉਹਦੀ ਬਣਤਰ ਹੈ ਵੀ ਉਹਨੇ ਇੱਕ ਵਰਗਾ ਦੂਜਾ ਪੈਦਾ ਹੀ ਨਹੀਂ ਕੀਤਾ। ਐਸਾ ਉਹ ਵੱਡਾ ਸਮਰੱਥ ਹੈ। ਆਪੇ ਫਰਕ ਕਰੇ ਵੇਖ ਵਿਗਸੈ। ਆਪ ਹੀ ਸਾਰਿਆਂ ਵਿੱਚ ਉਸਨੇ ਫਰਕ ਕੀਤਾ ਹੈ। ਕਿਸੇ ਵਿੱਚ ਤੁਰਨ ਦਾ ਫਰਕ ਹੈ, ਕਿਸੇ ਵਿੱਚ ਬੋਲਣ ਦਾ ਫਰਕ ਹੈ, ਕਿਸੇ ਵਿੱਚ ਇਸੇ ਤਰ੍ਹਾਂ ਲੀੜਾ ਕੱਪੜਾ ਪਾਉਣ ਸਜਾਉਣ ਦਾ ਫਰਕ ਹੈ। ਇੱਕ ਵਰਗਾ ਦੂਜਾ ਬਣਾਇਆ ਹੀ ਨਹੀਂ, ਕੋਈ ਨਾ ਕੋਈ ਫਰਕ ਪਾ ਕੇ ਉਹਨੇ ਦੁਨੀਆ ਬਣਾਈ ਹੈ। ਫਿਰ ਸਾਰਿਆਂ ਵੱਲ ਵੇਖ ਕੇ ਖੁਸ਼ ਹੁੰਦਾ ਪਿਆ ਵੀ ਆਹ ਮੈਂ ਇਸ ਤਰ੍ਹਾਂ ਦਾ ਬਣਾਇਆ ਹੈ, ਉਹਦੇ ਵੱਲ ਵੇਖ ਕੇ ਖੁਸ਼ ਹੋ ਗਿਆ, ਆਹ ਮੈਂ ਇਸ ਤਰ੍ਹਾਂ ਦਾ ਬਣਾਇਆ। ਕਿਸੇ ਦੇ ਨੈਣ ਨਕਸ਼ ਕਿਵੇਂ ਦੇ ਨੇ, ਕਿਸੇ ਦਾ ਰੰਗ ਢੰਗ ਕਿਵੇਂ ਦਾ, ਕਿਸੇ ਦਾ ਬੋਲ ਚਾਲ ਕਿਵੇਂ ਦਾ, ਰਹਿਣੀ ਬਹਿਣੀ ਕਿਵੇਂ ਦੀ ਹੈ। ਸਾਰੇ ਸੰਸਾਰ ਨੂੰ ਵੇਖ ਵੇਖ ਕੇ ਫਿਰ ਖੁਸ਼ ਹੁੰਦਾ ਹੈ ਵੀ ਇਹ ਸ੍ਰਿਸ਼ਟੀ ਦੀ ਬਣਤਰ ਅਸੀਂ ਬਣਾਈ ਹੈ। ਸਭ ਰਸ ਦੇਹੀ ਬਾਹੇ। ਤੇ ਉਹ ਪਰਮਾਤਮਾ ਨੇ ਸਾਰੇ ਰਸ ਇਸ ਸਰੀਰ ਦੇ ਵਿੱਚ ਹੀ ਰੱਖੇ ਹੋਏ। ਜਿੰਨੇ ਰਸ ਨੇ ਨਾ, ਇਹ ਸਾਰੇ ਸਰੀਰ ਦੇ ਵਿੱਚ ਪਰਮਾਤਮਾ ਨੇ ਰੱਖੇ ਹੋਏ ਹਨ। ਵਾਜੇ ਪਾਉਣ ਤੈ ਆਪ ਵਜਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ, ਉਹ ਪਰਮਾਤਮਾ ਵਜਾਉਂਦਾ ਹੈ ਤੇ ਪ੍ਰਤੱਖ ਪਾਉਣ ਸਾਡੇ ਸਰੀਰ ਦੇ ਅੰਦਰ ਚੱਲਦੀ ਹੈ। ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਇਹ ਹਵਾ ਦਾ ਵਾਜਾ ਵੱਜਦਾ ਪਿਆ ਨਾ ਸਾਡੇ ਅੰਦਰ। ਤੇ ਵਿਦਵਾਨਾਂ ਦਾ ਗ੍ਰੰਥਾਂ ਵਿੱਚ ਜ਼ਿਕਰ ਹੈ ਵੀ 6 ਤਰ੍ਹਾਂ ਦੀ ਹਵਾ ਮਨੁੱਖ ਜਿਹੜਾ ਆਪਣੇ ਸਰੀਰ ਦੇ ਅੰਦਰ ਪ੍ਰਾਪਤ ਕਰਦਾ ਹੈ। ਜਦੋਂ ਅਸੀਂ ਡਕਾਰ ਲੈਂਦੇ ਹਾਂ, ਛਿੱਕ ਮਾਰਦੇ ਹਾਂ, ਉਬਾਸੀ ਲੈਂਦੇ ਹਾਂ, ਇਹ ਵੱਖਰੀਆਂ ਵੱਖਰੀਆਂ ਪੌਣਾਂ ਦਾ ਜ਼ਿਕਰ ਹੈ। ਸਾਡੇ ਸਰੀਰ ਅੰਦਰ ਗੈਸ ਬਣ ਜਾਂਦੀ, ਉਹ ਵੀ ਇੱਕ ਪੌਣ ਹੈ। ਸੋ ਪਰਮਾਤਮਾ ਨੇ ਵਾਜੈ ਪਵਨ ਤੇ ਆਪ ਵਜਾਏ। ਇਹ ਪ੍ਰਤੱਖ ਜਿਹੜੀ ਹਵਾ ਹੈ, ਇਹ ਪੌਣ, ਇਹ ਵੀ ਪਰਮਾਤਮਾ ਤੂੰ ਆਪ ਹੀ ਬਣਾਈ ਹੈ, ਚੱਲਦੀ ਪਈ ਹੈ। ਫਿਰ ਫਰਮਾਉਂਦੇ ਹਨ ਵਾਜੇ ਪਾਉਣ ਤਾਂ ਆਪ ਵਜਾਏ। ਇਸੇ ਤਰ੍ਹਾਂ ਪ੍ਰਸੂਤਾ ਪਾਉਣ ਜਿਸ ਨੂੰ ਕਹਿ ਦਿੰਦੇ ਨੇ, ਕਹਿਣ ਲੱਗੇ ਪਰਮਾਤਮਾ ਜੀ ਇਹ ਵੀ ਤੁਸੀਂ ਪ੍ਰਗਟ ਕਰਦੇ ਹੋ, ਆਪ ਹੀ ਵਜਾਉਂਦੇ ਹੋ। ਪ੍ਰਸੂਤਾ ਪਾਉਣ ਜਿਸ ਨੂੰ ਕਿਹਾ ਜਾਂਦਾ ਹੈ। ਅਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਆਪ ਹੀ ਲੜਕੇ ਪੈਦਾ ਕਰਦੇ, ਲੜਕੀਆਂ ਪੈਦਾ ਕਰਦੇ, ਪ੍ਰਗਟ ਕਰਨ ਵਾਲੇ ਵੀ ਆਪ। ਇਹ ਪ੍ਰਸੂਤਾ ਪਾਉਣ ਨੂੰ ਚਲਾਉਣ ਵਾਲੇ ਵੀ ਆਪ। ਉਹਦੇ ਵਿੱਚ ਹੁਣ ਲੜਕਾ ਪੈਦਾ ਹੋਵੇਗਾ ਕਿ ਲੜਕੀ ਹੋਵੇਗੀ, ਇਹ ਵੀ ਤੁਹਾਨੂੰ ਹੀ ਪਤਾ ਹੈ। ਦੁਨੀਆ ਨੂੰ ਫਿਰ ਪ੍ਰਗਟ ਕਰਕੇ ਵਿਖਾਉਂਦੇ ਹੋ। ਇਸ ਤਰ੍ਹਾਂ ਦੇ ਕੌਤਕ ਆਪ ਕਰਨ ਵਾਲੇ ਹੋ। ਫਿਰ ਫਰਮਾਉਂਦੇ ਹਨ ਸਿਵ ਸ਼ਕਤੀ ਦੇਹੀ ਮਹਿ ਪਾਏ। ਵਾਜੇ ਪਾਉਣ ਤੇ ਆਪ ਵਜਾਏ। ਇਹ ਜਿਹੜੀ ਪ੍ਰਤੱਖ ਹਵਾ ਚੱਲਦੀ ਪਈ ਹੈ, ਕੋਈ ਜਹਾਜ਼ਾਂ ਨੂੰ ਚਲਾਉਂਦੀ ਪਈ ਹੈ, ਕੋਈ ਜੀਵਾਂ ਨੂੰ ਸਾਹ ਦਿੰਦੀ ਪਈ ਹੈ, ਕੋਈ ਰੁੱਖਾਂ ਨੂੰ ਹਿਲਾਉਂਦੀ ਹੈ ਤੇ ਰੁੱਖਾਂ ਦੇ ਅੱਗੇ ਜੜ੍ਹਾਂ ਜਿਹੜੀਆਂ ਨੇ ਹੋਰ ਵੱਧਦੀਆਂ ਨੇ, ਫੈਲਦੀਆਂ ਨੇ। ਇਹ ਜਿੰਨੀ ਹਵਾ ਚੱਲਦੀ ਪਈ ਹੈ ਸੰਸਾਰ ਦੇ ਵਿੱਚ, ਇਹ ਸਾਰੀ ਨੂੰ ਤੁਸੀਂ ਆਪ ਹੀ ਚਲਾਉਣ ਵਾਲੇ, ਪ੍ਰਗਟ ਕਰਨ ਵਾਲੇ ਹੋ। ਗੁਰ ਪ੍ਰਸਾਦੀ ਉਲਟੀ ਹੋਵੇ। ਸਿਵ ਸ਼ਕਤੀ ਦੇਹੀ ਮੈਂ ਪਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਸ ਦੇਹ ਦੇ ਵਿੱਚ ਸ਼ਿਵ ਤੇ ਸ਼ਕਤੀ ਇਹ ਆਪ ਜੀ ਨੇ ਪੈਦਾ ਕੀਤੇ। ਸ਼ਿਵ ਕਹੀਏ ਕਲਿਆਣ ਸਰੂਪ ਪਰਮਾਤਮਾ, ਤੇ ਸ਼ਕਤੀ ਕਹੀਏ ਉਸ ਦੀ ਮਾਇਆ। ਇਸ ਦੇਹੀ ਦੇ ਵਿੱਚ ਹੀ ਪਰਮਾਤਮਾ ਹੈ। ਸੋ ਜੋ ਬ੍ਰਹਮੰਡੇ ਸੋਈ ਪਿੰਡੈ, ਜੋ ਖੋਜੈ ਸੋ ਪਾਵੈ। ਇਸ ਸਰੀਰ ਦੇ ਵਿੱਚ ਹੀ ਹੈ ਪਰਮਾਤਮਾ ਵਸਿਆ ਹੋਇਆ, ਅਤੇ ਸਰੀਰ ਦੇ ਵਿੱਚ ਹੀ ਮਾਇਆ ਦਾ ਫੁਰਨਾ ਬਣਿਆ ਹੋਇਆ ਹੈ। ਸਿਵ ਸ਼ਕਤੀ ਦੇਹੀ ਮੈਂ ਪਾਏ। ਇਸ ਦੇਹ ਦੇ ਵਿੱਚ, ਸਰੀਰ ਦੇ ਵਿੱਚ ਪਰਮਾਤਮਾ ਨੇ ਇਹ ਸਭ ਕੁਝ ਆਪ ਵੀ ਇਸ ਸਰੀਰ ਵਿੱਚ ਹੀ ਬੈਠਾ ਹੈ, ਤੇ ਮਾਇਆ ਉਹਦੀ, ਉਹ ਵੀ ਸਰੀਰ ਦੇ ਵਿੱਚ ਹੀ ਫੁਰਨੇ ਕਰਦੀ ਹੈ। ਇਸੇ ਪੰਕਤੀ ਨੂੰ ਫਿਰ ਫਰਮਾਉਂਦੇ ਹਨ ਸਿਵ ਸ਼ਕਤੀ ਦੇਹੀ ਮੈਂ ਪਾਏ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਉਸ ਪਰਮਾਤਮਾ ਨੇ ਸਿਵ ਤੇ ਸ਼ਕਤੀ ਇਹ ਦੋ ਅੰਸ਼ਾਂ ਨੇ, ਤੇ ਤੀਜਾ ਹੈ ਰਜੋ ਗੁਣ, ਚੌਥਾ ਹੈ ਤਮੋ ਗੁਣ, ਤੇ ਪੰਜਵਾਂ ਹੈ ਸਤੋ ਗੁਣ। ਇਹ ਜਿਹੜੇ 5 ਵਕਾਰ ਨੇ, ਇਹ ਵੀ ਪਰਮਾਤਮਾ ਨੇ ਇਸ ਦੇਹੀ ਵਿੱਚ ਆਪ ਹੀ ਪਾਏ, ਬਖਸ਼ਿਸ਼ ਕੀਤੇ। ਜਾਂ ਇਸ ਤਰ੍ਹਾਂ ਕਿਹਾ ਜਾਂਦਾ, ਜੋ ਸ਼ਿਵ ਰੂਪ ਪਰਮਾਤਮਾ ਹੈ ਉਸਨੇ ਅਸਤੀ, ਭਾਤੀ ਤੇ ਪ੍ਰੇ ਰੂਪ ਇਹ 3 ਅੰਸ਼ਾਂ ਆਪ ਹੀ ਪਾਈਆਂ।
ਸ਼ਕਤੀ ਮਾਇਆ ਪਾਈ ਹੈ ਤੇ ਪੰਜਵਾਂ ਆਪ ਇਸ ਸਰੀਰ ਵਿੱਚ ਬੈਠਾ ਹੋਇਆ ਹੈ। ਗੁਰ ਪ੍ਰਸਾਦੀ ਉਲਟੀ ਹੋਵੇ। ਜਿਨ੍ਹਾਂ ਦੇ ਉੱਪਰ ਸਤਿਗੁਰੂ ਕਿਰਪਾ ਕਰਦੇ ਨੇ ਉਹਨਾਂ ਦੀ ਬਿਰਤੀ ਸੰਸਾਰ ਵੱਲੋਂ ਗੁਰਮੁਖੋ ਉਲਟ ਹੁੰਦੀ ਹੈ। ਵੈਸੇ ਆਪਾਂ ਤੇ ਸਾਰੇ ਸੰਸਾਰੀ ਲੋਕ ਹਾਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਸੰਸਾਰ ਦੇ ਕੰਮ ਧੰਦਿਆਂ ਵਿੱਚ ਫਸੇ ਰਹਿੰਦੇ, ਪਰ ਕੁਝ ਗੁਰਮੁਖ ਐਸੇ ਨੇ ਜਿਨ੍ਹਾਂ ਦੀ ਬਿਰਤੀ ਸੰਸਾਰ ਵੱਲੋਂ ਉਲਟ ਹੋ ਚੁੱਕੀ ਹੈ। ਸੋ ਉਲਟੀ ਰੇ ਮਨ ਉਲਟੀ ਰੇ ਸਾਖਤ ਸੰਗ ਸਿਓ ਉਲਟੀ ਰੇ ਬਾਣੀ ਦਾ ਬਚਨ। ਗੁਰਮੁਖਾਂ ਦੀ ਬਿਰਤੀ ਜਿਹੜੀ ਕੁਸੰਗਤ ਹੈ ਉਹਦੇ ਵੱਲੋਂ ਉਲਟ ਹੋ ਜਾਂਦੀ ਹੈ। ਜਿੱਥੇ ਕੋਈ ਗਾਉਣ ਵਾਲੀ, ਕੋਈ ਗਾਉਣ ਵਾਲਾ, ਕੋਈ ਨੱਚਣ ਵਾਲੀ, ਕੋਈ ਨੱਚਣ ਵਾਲਾ ਨੱਚਦਾ ਪਿਆ, ਜਿੱਥੇ ਕੁਕਰਮ ਹੁੰਦਾ ਹੈ ਨਾ, ਗੁਰਮੁਖ ਉੱਧਰ ਨੂੰ ਨਹੀਂ ਜਾਂਦੇ। ਪੱਬ ਕਲੱਬ ਵੱਲ ਜਾਣ ਦੀ ਬਿਰਤੀ ਹੈ ਹੀ ਨਹੀਂ ਉਹਨਾਂ ਦੀ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਗੁਰਪ੍ਰਸਾਦੀ ਉਲਟੀ ਹੋਵੇ। ਗੁਰੂ ਦੀ ਕਿਰਪਾ ਦੇ ਨਾਲ ਸੰਸਾਰ ਵੱਲੋਂ ਬਿਰਤੀ ਉਲਟ ਹੋ ਜਾਂਦੀ ਹੈ। ਸੰਸਾਰ ਦੇ ਕੁਰੀਤਾਂ ਵਿੱਚ ਜਿਹੜੀਆਂ ਕੂੜਤਾਈਆਂ ਨੇ ਇਸ ਵਿੱਚ ਗੁਰਮੁਖ ਨਹੀਂ ਪੈਂਦੇ ਹਨ। ਗਿਆਨ ਰਤਨ ਸ਼ਬਦ ਤਾਹਾ ਤੇ ਹੈ। ਉਹਨਾਂ ਨੂੰ ਫਿਰ ਬਖਸ਼ਿਸ਼ ਕੀ ਪ੍ਰਾਪਤ ਹੋਈ ਹੈ? ਗੁਰੂ ਦਾ ਗਿਆਨ ਇੱਕ ਰਤਨ ਹੈ। ਇਹ ਗੁਰੂ ਸ਼ਬਦ ਦੁਆਰੇ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਗੁਰੂ ਦੇ ਸ਼ਬਦ ਦੇ ਨਾਲ ਗਿਆਨ ਰੂਪੀ ਰਤਨ ਉਹਨਾਂ ਨੂੰ ਮਿਲਦਾ ਹੈ। ਐਸੇ ਗੁਰਮੁਖ ਪ੍ਰਾਪਤ ਕਰਦੇ ਹਨ। ਅੰਧੇਰਾ ਚਾਨਣ ਆਪੇ ਕੀਆ। ਉਸ ਪਰਮਾਤਮਾ ਨੇ ਦੁਨੀਆ ਬਣਾਈ ਹੈ। ਹਨੇਰਾ ਰਾਤ ਨੂੰ ਹਨੇਰਾ ਹੋ ਜਾਂਦਾ, ਇਹ ਵੀ ਉਹਨੇ ਆਪੇ ਹੀ ਬਣਾਇਆ। ਇਹਦੇ ਵਿੱਚ ਵੀ ਕਈ ਕਾਰਨ ਨੇ। ਕੁਝ ਜੀਵ ਜੰਤੂ ਉਹ ਨੇ ਜਿਹੜੇ ਰਾਤ ਨੂੰ ਵਿਚਰਦੇ ਨੇ, ਉਹਨਾਂ ਵਾਸਤੇ ਰਾਤ ਬਣਾ ਦਿੱਤੀ ਹੈ। ਕੁਝ ਦਿਨ ਵੇਲੇ ਵਿਚਰਦੇ, ਉਹਨਾਂ ਵਾਸਤੇ ਦਿਨ। ਮਹਾਰਾਜ ਕਹਿਣ ਲੱਗੇ ਰਾਤ ਵੀ ਤੁਸੀਂ ਆਪ ਹੀ ਬਣਾਈ ਹੈ ਅਕਾਲ ਪੁਰਖ, ਤੇ ਦਿਨ ਵੀ। ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰੇ ਤੇ ਕਮੰਜ। ਜਿਨ ਦਿਨ ਕਰਕੇ ਉਹਨੇ ਦਿਨ ਵੀ ਬਣਾਇਆ, ਕੀਤੀ ਰਾਤ, ਫਿਰ ਰਾਤ ਵੀ ਬਣਾਈ ਹੈ। ਇਹ ਦਿਨ ਰਾਤ ਵੀ ਆਪ ਹੀ ਬਣਾਉਣ ਵਾਲਾ ਹੈ। ਇਸੇ ਪੰਕਤੀ ਨੂੰ ਫਿਰ ਫਰਮਾਉਂਦੇ ਹਨ। ਅੰਧੇਰਾ ਚਾਨਣ ਆਪੇ ਕੀਆ। ਅਗਿਆਨਤਾ ਰੂਪੀ ਹਨੇਰਾ ਜਿਹੜਾ ਹੈ, ਅਗਿਆਨ ਜਿਸ ਨੂੰ ਆਪਾਂ ਕਹਿੰਦੇ ਬੇਸਮਝੀ, ਇਹ ਅਗਿਆਨਤਾ ਰੂਪੀ ਹਨੇਰਾ ਵੀ ਤੁਸੀਂ ਆਪੇ ਕੀਤਾ। ਤੇ ਚਾਨਣ ਕਹੀਏ ਗਿਆਨ ਦਾ, ਇਹ ਗਿਆਨ ਦਾ ਚਾਨਣ ਸੋਝੀ ਦੇਣ ਵਾਲੇ ਵੀ ਤੁਸੀਂ ਆਪ ਹੀ ਹੋ। ਇੱਕੋ ਵਰਤੈ ਅਵਰ ਨ ਬੀਆ। ਅਕਾਲ ਪੁਰਖ ਇੱਕ ਤੁਸੀਂ ਵਰਤ ਰਹੇ ਸਾਰਿਆਂ ਥਾਵਾਂ ਤੇ, ਤੁਹਾਡੇ ਬਿਨਾ ਕੋਈ ਦੂਜਾ ਹੈ ਹੀ ਨਹੀਂ। ਸੋ ਕਿਹਨੂੰ ਚੰਗਾ ਕਹੀਏ, ਕਿਹਨੂੰ ਮਾੜਾ ਕਹੀਏ, ਤੁਹਾਡੇ ਬਿਨਾ ਕੋਈ ਦੂਜਾ ਹੈ ਹੀ ਨਹੀਂ। ਤੁਸੀਂ ਸਾਰਿਆਂ ਵਿੱਚ ਆਪ ਹੀ ਵਰਤਦੇ ਪਏ ਹੋ। ਸੋ ਇਸ ਤਰ੍ਹਾਂ ਆਪ ਸਾਰਿਆਂ ਦੇ ਦਾਤੇ ਹੋ। ਗੁਰ ਪ੍ਰਸਾਦੇ ਆਪ ਪਛਾਣੈ। ਸਤਿਗੁਰੂ ਪਾਤਸ਼ਾਹ ਫਰਮਾਉਂਦੇ, ਜਿਨ੍ਹਾਂ ਦੇ ਉੱਪਰ ਸਤਿਗੁਰੂ ਦੀ ਕਿਰਪਾ ਹੋ ਜਾਵੇ ਉਹ ਆਪਣੇ ਵਾਸਤਵ ਸਰੂਪ ਨੂੰ ਪਛਾਣ ਲੈਂਦੇ ਹਨ। ਕਮਲ ਵਿਗਸੈ ਬੁੱਧ ਸਾਹਾ ਹੈ। ਤੇ ਉਹਨਾਂ ਦੀ ਬੁੱਧੀ ਜਿਹੜੀ ਹੈ, ਬੁੱਧੀ ਦੇ ਵਿੱਚ ਹਿਰਦਾ ਰੂਪੀ ਕਮਲ ਖਿੜ ਜਾਂਦਾ ਹੈ। ਸੋ ਗੁਰਮੁਖੋ ਬਚਨ ਇਹ ਹੈ ਕਿ ਉਸ ਦੀ ਬੁੱਧੀ ਦੇ ਵਿੱਚ ਹਿਰਦਾ ਕੌਲ, ਇਹ ਹਿਰਦੇ ਰੂਪੀ ਕਮਲ ਜਿਹੜਾ ਹੈ ਨਾ, ਜਿੱਥੇ ਪ੍ਰਮਾਤਮਾ ਦਾ ਨਿਵਾਸ ਹੈ, ਉਹ ਫਿਰ ਹਮੇਸ਼ਾ ਵਾਸਤੇ ਖਿੜ ਜਾਂਦਾ ਹੈ। ਆਪਣੀ ਗਹਿਣ ਗਤ ਆਪੇ ਜਾਣੈ। ਉਹ ਪ੍ਰਮਾਤਮਾ ਗਹਿਣ ਕਹੀਏ ਗੁੱਝੀ ਗਾਤ। ਗਹਿਣ ਤੋਂ ਭਾਵ ਹੁੰਦਾ ਗੁੱਝਾ ਵਚਨ, ਜਿਹੜਾ ਪਤਾ ਨਾ ਹੋਵੇ, ਛੁਪਿਆ ਹੋਇਆ। ਹੁਣ ਮੰਨ ਲਓ ਸਾਨੂੰ ਤੇ ਉਹ ਪਤਾ ਨਾ ਜੋ ਸਾਨੂੰ ਕਿਸੇ ਨੇ ਦੱਸਿਆ ਜਾਂ ਅਸੀਂ ਵੇਖਿਆ, ਪਰ ਸਾਡੇ ਵੇਖਣ ਤੇ ਸਾਡੇ ਦੱਸਣ ਤੋਂ ਬਿਨਾਂ ਵੀ ਬੜਾ ਕੋਈ ਦੁਨੀਆ ਤੇ ਹੁੰਦਾ ਪਿਆ। ਪਰ ਪਰਮਾਤਮਾ ਦੇ ਕੋਲੋਂ ਕੋਈ ਗੁੱਝਾ ਨਹੀਂ ਹੈ, ਉਹਨੂੰ ਸਭ ਕੁਝ ਹੀ ਪਤਾ। ਆਪਣੀ ਗਹਿਣ ਗਤ, ਗਹਿਣ ਤੋਂ ਭਾਵ ਹੈ ਗੁੱਝੀ ਗਤੀ ਨੂੰ ਵੀ ਆਪ ਜਾਣਦਾ। ਕੀ ਕੱਲ ਨੂੰ ਕਰਨਾ, ਕੀ ਆਉਣ ਵਾਲੇ ਸਾਲ ਵਿੱਚ ਕਰਨਾ, ਕੀ ਆਉਣ ਵਾਲੀ ਸਦੀ ਵਿੱਚ ਕਰਨਾ, ਕੀ ਆਉਣ ਵਾਲੇ ਯੁੱਗ ਵਿੱਚ ਕਰਨਾ, ਉਹਨੂੰ ਸਭ ਕੁਝ ਹੀ ਪਤਾ ਹੈ। ਉਹ ਤੋਂ ਕੋਈ ਗੱਲ ਛੁਪੀ ਨਹੀਂ। ਆਪਣੀਆਂ ਗੁੱਝੀਆਂ ਗੱਲਾਂ ਰਮਜਾਂ ਨੂੰ ਵੀ ਆਪ ਹੀ ਉਹ ਜਾਣਦੇ ਹਨ। ਹੋਰ ਲੋਕ ਸੁਣ ਸੁਣਾਖ ਵਖਾਣਾ। ਹੋਰ ਜਿਹੜੇ ਸੰਸਾਰੀ ਲੋਕ ਨੇ ਉਹ ਸੁਣਦੇ ਨੇ ਵੇਦਾਂ ਵਿੱਚੋਂ। ਵੇਦ ਵਿੱਚ ਇਹ ਲਿਖਿਆ ਭਾਈ, ਇਹ ਸੁਣ ਲਿਆ ਪੜ੍ਹਨ ਵਾਲੇ, ਤੇ ਫਿਰ ਉਹਨੇ ਅੱਗੇ ਪੰਡਤ ਨੇ ਸੁਣਾ ਦਿੱਤਾ, ਉਹਦੇ ਕੋਲੋਂ ਲੋਕਾਂ ਨੇ ਸੁਣ ਲਿਆ। ਪੰਡਤ ਨੇ ਪਹਿਲਾਂ ਵੇਦ ਕੋਲੋਂ ਸੁਣਿਆ ਹੈ ਤੇ ਫਿਰ ਉਹਨੇ ਦੁਨੀਆ ਨੂੰ ਸੁਣਾਇਆ। ਜਾਂ ਜਿਹੜੇ ਮਹਾਤਮਾ ਨੇ ਉਹ ਸੁਣਦੇ ਪਰਮਾਤਮਾ ਦੀਆਂ ਐਸੀਆਂ ਗੁੱਝੀਆਂ ਰਮਜਾਂ ਤੇ ਫਿਰ ਅੱਗੇ ਸੁਣਾ। ਕਈ ਵਾਰੀ ਮਹਾਤਮਾ ਬਚਨ ਕਰ ਦਿੰਦੇ ਨਾ ਵੀ ਆਉਣ ਵਾਲਾ ਸਮਾਂ ਇਸ ਤਰ੍ਹਾਂ ਦਾ ਭਿਆਨਕ ਹੋਵੇਗਾ, ਆਉਣ ਵਾਲੇ ਸਮੇਂ ਵਿੱਚ ਇਹ ਬਿਮਾਰੀ ਹੋਵੇਗੀ, ਆਉਣ ਵਾਲੇ ਸਮੇਂ ਵਿੱਚ ਇਹ ਦੁਰਘਟਨਾ ਹੋਵੇਗੀ। ਉਹ ਮਹਾਤਮਾ ਤ੍ਰੈਕਾਲਦਰਸ਼ੀ ਹੁੰਦੇ, ਉਹਨਾਂ ਨੂੰ ਪਤਾ ਹੁੰਦਾ ਆਉਣ ਵਾਲੇ ਸਮੇਂ ਦਾ। ਸੋ ਉਹਨਾਂ ਕੋਲੋਂ ਸੁਣ ਕੇ ਦੁਨੀਆ ਅੱਗੇ ਆਖ ਵਿਖਾਣੇ, ਆਪਣੇ ਮੂੰਹ ਦੁਆਰਾ ਫਿਰ ਕਥਨ ਕਰਦੇ ਵੀ ਫਲਾਣੇ ਮਹਾਤਮਾ ਨੇ ਇਹ ਗੱਲ ਕਹੀ ਸੀ, ਫਲਾਣੇ ਗ੍ਰੰਥ ਵਿੱਚ ਇਹ ਗੱਲ ਲਿਖੀ ਹੈ
ਮੈਂ ਫਲਾਣੇ ਪੰਡਤ ਵਿਦਵਾਨ ਕੋਲੋਂ ਸੁਣੀ ਹੈ। ਇਸ ਤਰ੍ਹਾਂ ਫਿਰ ਲੋਕ ਉਹਨਾਂ ਗੱਲਾਂ ਨੂੰ ਆਪਣੇ ਮੂੰਹ ਦੁਆਰਾ ਫਿਰ ਅੱਗੇ ਅੱਗੇ ਆਖਦੇ ਹਨ। ਗਿਆਨੀ ਹੋਵੇ ਸੋ ਗੁਰਮੁਖ ਬੂਝੈ। ਜਿਹੜੇ ਪੁਰਸ਼ ਗਿਆਨਵਾਨ ਹੁੰਦੇ ਨੇ ਉਹ ਮੁਖੀ ਗੁਰਾਂ ਦੁਆਰਾ ਉਸ ਪ੍ਰਮਾਤਮਾ ਨੂੰ ਬੁੱਝੇ ਕਹੀਏ ਜਾਣਦੇ ਹਨ। ਸਾਚੀ ਸਿਫਤ ਸਲਾਹ ਹੈ। ਤੇ ਉਹ ਗੁਰਮੁਖ ਫਿਰ ਸਲਾਹੁਣੇ ਯੋਗ ਜੋ ਪ੍ਰਮਾਤਮਾ ਹੈ ਉਸ ਦੀ ਸਿਫਤ ਕਰਦੇ ਦਿਨੇ ਰਾਤ। ਗੁਰਬਾਣੀ ਦਾ ਬਚਨ ਹੈ, ਸਿਫਤ ਵੀ ਉਹ ਕਰਦਾ ਹੈ ਜਿਹਦੇ ਉੱਪਰ ਕਿਰਪਾ ਕਰੋ, ਜਿਸ ਨੂੰ ਬਖਸ਼ੇ ਸਿਫਤ ਸਲਾਹ। ਸ਼ਲਾਘਾ ਕਰਨੀ, ਸਿਫਤ ਕਰਨੀ, ਇਹ ਜਿਸ ਨੂੰ ਤੁਸੀਂ ਬਖਸ਼ਦੇ ਹੋ ਸਤਿਗੁਰੂ ਉਹੀ ਇਹਨਾਂ ਦਾਤਾਂ ਨੂੰ ਪ੍ਰਾਪਤ ਕਰਦਾ ਹੈ। ਦੇਹੀ ਅੰਦਰ ਵਸਤ ਅਪਾਰਾ। ਗੁਰਮੁਖੋ ਇਹ ਜਿਹੜੀ ਸਾਡੀ ਦੇਹੀ ਸਰੀਰ ਹੈ ਨਾ, ਇਹਦੇ ਅੰਦਰ ਅਪਾਰ ਬੇਅੰਤ ਵਸਤੂਆਂ ਰੱਬ ਨੇ ਟਿਕਾਈਆਂ ਹੋਈਆਂ। ਜਿਵੇਂ ਬ੍ਰਹਿਮੰਡ ਹੈ ਨਾ, ਬ੍ਰਹਿਮੰਡ ਦੇ ਵਿੱਚ ਬੇਅੰਤ ਕੁਝ ਪ੍ਰਮਾਤਮਾ ਨੇ ਰੱਖਿਆ ਹੈ। ਭਾਵੇਂ ਕਿ ਦੁਨੀਆ ਦੀ ਸਾਇੰਸ ਬੜਾ ਯਤਨ ਕਰਦੀ ਪਈ ਹੈ, ਪਰ ਰੱਬ ਦੇ ਕੀਤੇ ਦੇ ਅੱਗੇ ਇੱਕ ਤੋਛੀ ਹੈ, ਨਿੱਕਾ ਜਿਹਾ ਕਿਣਕਾ ਹੀ ਸਮਝ ਲਓ ਵੀ ਦੁਨੀਆ ਦੀ ਸਾਇੰਸ ਇੰਨੀ ਕੋਈ ਹੈ। ਪਰਮਾਤਮਾ ਦਾ ਵਿਸਥਾਰਾ ਬਹੁਤ ਵੱਡਾ ਹੈ। ਮਹਾਰਾਜ ਕਹਿਣ ਲੱਗੇ ਭਾਈ ਬਚਨ ਇਹ ਹੈ, ਦੇਹੀ ਅੰਦਰ ਵਸਤ ਅਪਾਰਾ। ਸੰਸਾਰ ਵਿੱਚ ਬ੍ਰਹਿਮੰਡ ਵਿੱਚ ਬੇਅੰਤ ਕੁਝ ਹੈ ਤੇ ਦੇਹੀ ਦੇ ਵਿੱਚ ਵੀ ਬੇਅੰਤ। ਜੋ ਬ੍ਰਹਮੰਡੇ ਸੋਈ ਪਿੰਡੇ, ਪਿੰਡਾ ਸਰੀਰ, ਸਰੀਰ ਦੇ ਵਿੱਚ ਵੀ ਬੇਅੰਤ ਵਸਤੂਆਂ ਨੇ, ਕੋਈ ਨਹੀਂ ਜਾਣਦਾ। ਦੁਨੀਆ ਦੀ ਸਾਇੰਸ ਇਹ ਗੱਲ ਕਹਿੰਦੀ ਹੈ ਸਰੀਰ ਦੇ ਬਾਰੇ 2.5% ਜਾਣਿਆ ਗਿਆ ਹੈ। 100% ਦੇ ਵਿੱਚੋਂ 2.5% ਸਾਇੰਸ ਨੂੰ ਗਿਆਨ ਹੈ, ਜਿਹੜਾ ਆਪਰੇਸ਼ਨ ਕਰ ਦੇਣਾ, ਕੋਈ ਇਲਾਜ ਬਿਮਾਰੀ, ਕੋਈ ਗੋਲੀ, ਇਹ ਸਿਰਫ 2.5% ਗਿਆਨ ਦੇ ਨਾਲ ਇੰਨਾ ਕੁਝ ਵਿਅਕਤੀ ਕਰਦਾ ਪਿਆ, ਪਰ ਹੋਰ ਸਰੀਰ ਵਿੱਚ ਕੀ ਕੀ ਹੈ ਪਤਾ ਹੀ ਨਹੀਂ ਕਿਸੇ ਨੂੰ ਹੈ। ਐਸਾ ਪਰਮਾਤਮਾ ਉਹਨੇ ਐਸੀ ਇਹ ਦੇਹੀ ਬਣਾਈ, ਸਰੀਰ ਬਣਾਇਆ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਅਪਾਰ ਪਰਮਾਤਮਾ ਨੇ ਇਸ ਦੇਹੀ ਦੇ ਵਿੱਚ ਬੜੇ ਗੁੱਝੇ ਭੇਦ ਰੱਖੇ ਜਿਹਨੂੰ ਕੋਈ ਜਾਣਦਾ ਨਹੀਂ ਹੈ। ਆਪੇ ਕਪਟ ਖੁਲਾਵਣ ਹਾਰਾ। ਆਪ ਹੀ ਸਤਿਗੁਰੂ ਜੀ ਕਪਟਾਂ ਨੂੰ ਖੋਲਣ ਵਾਲੇ। ਕੋਈ ਵਿਅਕਤੀ ਬੜੇ ਕਪਟ ਕਰਨ ਵਾਲੇ, ਕਪਟ ਕਹੀਏ ਛਲ ਕਰਨ ਵਾਲੇ ਹੁੰਦੇ, ਉਹਨਾਂ ਦੇ ਛਲ ਆਪੇ ਹੀ ਖੋਲ ਦਿੰਦਾ, ਦੁਨੀਆ ਦੇ ਸਾਹਮਣੇ ਲਿਆ ਕੇ ਵਿਖਾ ਦਿੰਦਾ ਵੀ ਆਹ ਵੇਖੋ ਇਹ ਛਲ ਕਰਦਾ। ਜਿਵੇਂ ਸ਼ਾਹ ਸੁਹਾਗਨ ਕਪਟ ਕਰਦਾ ਸੀ ਨਾ, ਛਲ ਵੀ ਮੈਂ ਦਰਵਾਜ਼ਾ ਬੰਦ ਕਰਕੇ ਰੱਬ ਨੂੰ ਮਿਲਣ ਲੱਗਾ, ਦਰਵਾਜ਼ਾ ਟੁੱਟਿਆ ਤੇ ਦੁਨੀਆ ਦੇ ਸਾਹਮਣੇ ਨੰਗਾ ਫੜਿਆ ਗਿਆ। ਇਸ ਤਰ੍ਹਾਂ ਦੇ ਕਪਟ ਆਪੇ ਹੀ ਖੋਲ ਦਿੰਦਾ ਛਲ ਕਰਨ ਵਾਲਿਆਂ ਨੂੰ। ਤੇ ਕਪਟ ਤੋਂ ਭਾਵ ਲੈ ਲੈਂਦੇ ਨੇ ਭਰਮ ਰੂਪੀ ਜਿਹੜੇ ਕਪਟ ਨੇ, ਭਰਮ ਰੂਪੀ ਜਿਹੜੇ ਤਖਤੇ ਨੇ, ਉਹਨਾਂ ਕਪਟਾਂ ਨੂੰ ਵੀ ਆਪ ਹੀ ਖੋਲਣ ਵਾਲੇ ਹਨ। ਗੁਰਮੁਖ ਸਹਿਜ ਅੰਮ੍ਰਿਤ ਪੀਵੈ। ਜਿਹੜੇ ਗੁਰਮੁਖ ਨੇ ਉਹ ਸਹਿਜੇ ਗੁਰੂ ਦੁਆਰਾ ਨਾਮ ਰੂਪੀ ਅੰਮ੍ਰਿਤ ਨੂੰ ਛਕਦੇ ਹਨ। ਤ੍ਰਿਸ਼ਨਾ ਅਗਨ ਬੁਝਾਹਾ ਹੈ। ਤੇ ਉਹਨਾਂ ਦੀ ਤ੍ਰਿਸ਼ਨਾ ਰੂਪੀ ਅੱਗ ਬੁਝ ਜਾਂਦੀ ਹੈ। ਗੁਰਮੁਖੋ ਤ੍ਰਿਸ਼ਨਾ ਦੀ ਅੱਗ ਇਹ ਹੈ, 5 ਨੇ, 50 ਨੇ, ਫਿਰ 500 ਹੈ, ਫਿਰ 5000 ਤੇ 5 ਲੱਖ ਹੈ। ਇਹਨੂੰ ਤ੍ਰਿਸ਼ਨਾ ਕਿਹਾ ਹੈ ਵੀ ਅੱਜ 5 ਕਮਾਏ ਨੇ, ਕੱਲ ਨੂੰ 50 ਕਮਾਵਾਂਗਾ, 50 ਤੋਂ ਫਿਰ 500 ਕਮਾਵਾਂਗਾ। ਇਹ ਤ੍ਰਿਸ਼ਨਾ ਕਦੇ ਵੀ ਨਹੀਂ ਮੁੱਕਦੀ ਹੈ ਵਿਅਕਤੀ ਦੀ। ਪਰ ਜਿਨ੍ਹਾਂ ਨੇ ਨਾਮ ਜਪਿਆ, ਪਾਤਸ਼ਾਹ ਕਹਿਣ ਲੱਗੇ ਉਹਨਾਂ ਦੀ ਤ੍ਰਿਸ਼ਨਾ ਬੁਝ ਗਈ ਹੈ। ਤ੍ਰਿਸ਼ਨਾ ਅਗਨ ਬੁਝਾਹਾ ਹੈ, ਤ੍ਰਿਸ਼ਨਾ ਰੂਪੀ ਅੱਗ ਬੁਝ ਗਈ ਹੈ। ਅੱਗ ਦੇ ਵਿੱਚ ਜਿੰਨੀਆਂ ਮਰਜ਼ੀ ਲੱਕੜਾਂ ਪਾਈ ਚੱਲੋ, ਭਾਵੇਂ ਸਾਰੀ ਰਾਤ ਅੱਗ ਬਲਦੀ ਰਵੇ, ਸਾਰਾ ਦਿਨ ਬਲਦੀ ਰਵੇ, ਕਦੇ ਅੱਗ ਨੇ ਆਖਿਆ ਵੀ ਬਸ ਕਰੋ ਹੋਰ ਲੱਕੜਾਂ ਨਾ ਪਾਓ ਮੈਂ ਰੱਜ ਗਈ ਹਾਂ? ਨਹੀਂ, ਭਾਵੇਂ ਸਾਰੇ ਜੰਗਲ ਨੂੰ ਹੀ ਲਿਆ ਕੇ ਅੱਗ ਲਾ ਦਿਓ, ਪਰ ਅੱਗ ਕਦੇ ਰੱਜਦੀ ਨਹੀਂ ਹੈ ਲੱਕੜਾਂ ਦੇ ਨਾਲ। ਐਸੇ ਤਰ੍ਹਾਂ ਗੁਰਮੁਖੋ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਇਹ ਵੀ ਕਦੇ ਨਹੀਂ ਰੱਜਦੀ ਹੈ। ਭਾਵੇਂ ਸਾਰੀ ਦੁਨੀਆ ਦੀਆਂ ਵਸਤੂਆਂ ਤੁਹਾਡੇ ਕੋਲ ਆ ਜਾਣ ਤਾਂ ਵੀ ਇਹ ਤ੍ਰਿਸ਼ਨਾ ਦੀ ਅੱਗ ਕਦੇ ਬੁਝਦੀ ਨਹੀਂ ਹੈ। ਸਭ ਰਸ ਦੇਹੀ ਅੰਦਰ ਪਾਏ। ਉਸ ਪਰਮਾਤਮਾ ਨੇ ਸਾਰੇ ਜਿਹੜੇ ਰਸ ਨੇ ਇਸ ਦੇਹੀ ਦੇ ਵਿੱਚ, ਸਰੀਰ ਵਿੱਚ ਹੀ ਪਾਏ ਹੋਏ, ਸਾਰੇ ਰਸ ਸਰੀਰ ਦੇ ਵਿੱਚ ਹੀ ਹਨ। ਵਿਰਲੇ ਕੋ ਗੁਰ ਸ਼ਬਦ ਬੁਝਾਏ। ਪਰ ਉਹ ਵਿਰਲੇ ਨੇ, ਬੜੇ ਥੋੜੇ ਨੇ ਉਹ ਗੁਰਮੁਖ ਜਿਨ੍ਹਾਂ ਨੂੰ ਗੁਰੂ ਸ਼ਬਦ ਦੁਆਰਾ ਸਤਿਗੁਰਾਂ ਨੇ ਸੋਝੀ ਦੇ ਦਿੱਤੀ ਹੈ। ਗੁਰੂ ਦੇ ਸ਼ਬਦ ਉਪਦੇਸ਼ ਦੇ ਨਾਲ ਬੜੇ ਥੋੜੇ ਨੇ ਜਿਨ੍ਹਾਂ ਨੂੰ ਇਹ ਸੋਝੀ ਆ ਗਈ ਹੈ ਵੀ ਸਾਰੇ ਰਸ ਤੇ ਆਨੰਦ ਪ੍ਰਮਾਤਮਾ ਨੇ ਸਰੀਰ ਦੇ ਅੰਦਰ ਬਖਸ਼ੇ ਹਨ। ਅੰਦਰ ਖੋਜੇ ਸ਼ਬਦ ਸਲਾਹੇ। ਜਿਹੜਾ ਪੁਰਸ਼ ਗੁਰੂ ਦੀ ਸ਼ਬਦ ਦੇ ਨਾਲ ਉਸ ਪ੍ਰਮਾਤਮਾ ਦੀ ਸਲਾਹੁਤਾ ਕਰਦਾ ਹੈ, ਸ਼ਬਦ ਸਲਾਹ ਹੈ, ਗੁਰੂ ਦਾ ਸ਼ਬਦ ਉਪਦੇਸ਼ ਲੈ ਕੇ ਜਿਹਨੇ ਉਸ ਪ੍ਰਮਾਤਮਾ ਨੂੰ ਸਲਾਹਿਆ ਹੈ, ਉਹਦੀ ਵਡਿਆਈ ਕੀਤੀ, ਉਹਦਾ ਨਾਮ ਜਪਿਆ ਹੈ, ਅੰਦਰ ਖੋਜੇ, ਉਹ ਅੰਦਰੋਂ ਹੀ ਪ੍ਰਾਪਤ ਕਰ ਲੈਂਦਾ। ਬਾਬਾ ਫਰੀਦ ਸਾਹਿਬ ਨੇ ਅੰਦਰੋਂ ਪ੍ਰਾਪਤ ਕਰਕੇ ਆਖਿਆ
ਜੰਗਲ ਜੰਗਲ ਕਿਆ ਭਵੇ ਵਨ ਕੰਡਾ ਮੋੜੇ ਵਸੀ ਰੱਬ ਹਿਆਲੀ ਹੈ। ਜੰਗਲ ਕਿਆ ਢੂੰਡੇ ਹੈ। ਉਹਨਾਂ ਨੇ ਇਹ ਗੱਲ ਆਖੀ ਹੈ ਵੀ ਮੈਂ ਤੇ ਸਿਫਤ ਕਰਕੇ ਅੰਦਰੋਂ ਹੀ ਲੱਭ ਲਿਆ ਹੈ, ਅੰਦਰ ਹੀ ਬੈਠਾ ਹੈ ਪਰਮਾਤਮਾ, ਹੁਣ ਜੰਗਲਾਂ ਵਿੱਚ ਜਾਣ ਦੀ ਕੋਈ ਲੋੜ ਨਹੀਂ ਹੈ। ਇਸ ਤਰ੍ਹਾਂ ਜਿਹੜੇ ਸ਼ਬਦ ਦੇ ਦੁਆਰਾ ਉਸ ਦੀ ਸਲਾਹੁਤਾ ਕਰਦੇ, ਉਹ ਆਪਣੇ ਅੰਦਰੋਂ ਹੀ ਉਸ ਨੂੰ ਪਾ ਲੈਂਦੇ ਹਨ। ਬਾਹਰ ਕਾਹੇ ਜਾਹਾ ਤੇ ਹੈ। ਗੁਰਮੁਖੋ ਫਿਰ ਬਾਹਰ ਕਾਹਦੇ ਲਈ ਜਾਣਾ ਹੈ? ਮੰਨ ਲਓ ਕਿ ਵਸਤੂ ਆਪਣੇ ਘਰੇ ਪਈ ਹੋਵੇ ਤੇ ਆਪਾਂ ਬਾਹਰ ਥੋੜੀ ਜਾਵਾਂਗੇ ਲੈਣ ਵਾਸਤੇ। ਇਸ ਕਰਕੇ ਜਿਨ੍ਹਾਂ ਨੂੰ ਅੰਦਰੋਂ ਹੀ ਮਿਲ ਗਿਆ, ਫਿਰ ਉਹ ਬਾਹਰ ਨਹੀਂ ਜਾਂਦੇ, ਤੀਰਥਾਂ ਤੇ ਨਹੀਂ ਜਾਂਦੇ, ਜੰਗਲਾਂ ਵਿੱਚ ਨਹੀਂ ਜਾਂਦੇ, ਪਹਾੜਾਂ ਵਿੱਚ ਨਹੀਂ ਜਾ ਕੇ ਬਾਹਰ ਸਮਾਧੀਆਂ ਲਾਉਂਦੇ। ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ ਹੈ। ਬਿਨ ਚਾਖੇ ਸਾਧ ਕਿਸੇ ਨਾ ਆਇਆ। ਚਾਖੇ ਤੋਂ ਭਾਵ ਹੈ ਧਾਰੇ ਤੋਂ ਬਿਨਾਂ। ਜਿੰਨਾ ਚਿਰ ਪ੍ਰਮਾਤਮਾ ਨੂੰ ਧਾਰਿਆ ਨਹੀਂ, ਪ੍ਰਾਪਤ ਨਹੀਂ ਕੀਤਾ, ਉਹਨਾਂ ਚਿਰ ਆਨੰਦ ਨਹੀਂ ਆਇਆ ਹੈ। ਭਾਈ ਗੁਰਦਾਸ ਜੀ ਨੇ ਲਿਖਿਆ, ਖਾਂਡ ਖਾਂਡ ਕਹਿ ਜਿਹਬਾ ਨਾ ਸਵਾਦ ਮੀਠੋ ਆਵੇ। ਤੁਸੀਂ ਬੈਠੇ ਹੋ ਨਾ, ਇੱਥੇ ਬੈਠੇ ਇਹ ਗੱਲ ਕਹੀ ਚਲੋ ਵੀ ਖੰਡ ਹੈ, ਖੰਡ ਹੈ, ਤੇ ਖੰਡ ਖੰਡ ਕਿਆ ਮੂੰਹ ਮਿੱਠਾ ਥੋੜੀ ਹੋ ਜਾਣਾ। ਖੰਡ ਫੜ ਕੇ ਮੂੰਹ ਵਿੱਚ ਪਾਉਣੀ ਪਵੇਗੀ। ਕਹਿ ਦਿਓ ਗੁੜ ਹੈ, ਤੇ ਗੁੜ ਕਿਆ ਮੂੰਹ ਥੋੜੀ ਮਿੱਠਾ ਹੋਣਾ। ਕਹਿ ਤੇ ਦੇਵਾਂਗੇ ਵੀ ਸ਼ਹਿਦ ਹੈ, ਪਰ ਮੂੰਹ ਨਹੀਂ ਮਿੱਠਾ ਹੋਵੇਗਾ। ਕਿਵੇਂ ਹੋਵੇਗਾ? ਕਹਿੰਦੇ ਉਹ ਖਾਣਾ ਪਵੇਗਾ ਭਾਈ, ਤਾਂ ਹੋਵੇਗਾ। ਹੁਣ ਪ੍ਰਮਾਤਮਾ ਨੂੰ ਕਹਿ ਤੇ ਦੇਵਾਂਗੇ ਵੀ ਪ੍ਰਮਾਤਮਾ ਹੈ, ਪਰ ਆਨੰਦ ਨਹੀਂ ਨਾ ਆ ਰਿਹਾ। ਉਹਨਾਂ ਚਿਰ ਆਨੰਦ ਨਹੀਂ ਆਉਣਾ ਜਿੰਨਾ ਚਿਰ ਉਸ ਨੂੰ ਧਾਰਨ ਨਹੀਂ ਕਰ ਲੈਂਦੇ। ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ ਐਸੀ ਦਾਤ। ਗੁਰੂ ਦੀ ਕਿਰਪਾ ਬਿਨਾਂ ਉਹ ਆਨੰਦ ਵੀ ਪ੍ਰਾਪਤ ਨਹੀਂ ਹੁੰਦਾ ਹੈ। ਗੁਰ ਕਾ ਸ਼ਬਦ ਅੰਮ੍ਰਿਤ ਪਿਆਇਆ। ਅਤੇ ਗੁਰੂ ਦੇ ਕਿਰਪਾ ਜਿਨ੍ਹਾਂ ਤੇ ਕੀਤੀ ਹੈ, ਫਿਰ ਸਤਿਗੁਰਾਂ ਨੇ ਉਪਦੇਸ਼ ਦਿੱਤਾ। ਉਪਦੇਸ਼ ਦੀ ਕਮਾਈ ਕੀਤੀ ਹੈ। ਨਾਮ ਅੰਮ੍ਰਿਤ ਉਹਨਾਂ ਨੇ ਪੀਤਾ ਹੈ। ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨ ਜਾਣਾ ਦੂਆ ਤੀਆ। ਇਸ ਤਰ੍ਹਾਂ ਦੇ ਉਹ ਗੁਰਮੁਖ ਨੇ ਫਿਰ ਨਾਮ ਰੂਪੀ ਅੰਮ੍ਰਿਤ ਨੂੰ ਪੀ ਲੈਂਦੇ, ਸਦਾ ਵਾਸਤੇ ਤ੍ਰਿਪਤ ਹੋ ਜਾਂਦੇ ਹਨ। ਅੰਮ੍ਰਿਤ ਪੀ ਅਮਰਾ ਪਦ ਹੋਏ। ਜਿਨ੍ਹਾਂ ਨੇ ਨਾਮ ਅੰਮ੍ਰਿਤ ਨੂੰ ਪੀਤਾ ਨਾ ਗੁਰਮੁਖੋ, ਉਹ ਅਮਰ ਪਦਵੀ ਨੂੰ ਪ੍ਰਾਪਤ ਕਰ ਗਏ। ਦੁਨੀਆ ਵਿੱਚ ਅਮਰ ਪਦਵੀ ਲੈਣ ਵਾਸਤੇ ਸਾਧ ਸਿਕੰਦਰ ਵਰਗੇ ਬਾਦਸ਼ਾਹਾਂ ਨੇ ਨਾ ਅੰਮ੍ਰਿਤ ਦਾ ਕੁੰਡ ਲੱਭ ਲਿਆ ਜਾ ਕੇ ਵੀ ਅੰਮ੍ਰਿਤ ਪੀ ਕੇ ਅਮਰ ਹੋ ਜਾਈ। ਪਰ ਉਸ ਕੁੰਡ ਦੇ ਕਿਨਾਰੇ ਜਾ ਕੇ ਵੀ ਅੰਮ੍ਰਿਤ ਪ੍ਰਾਪਤ ਨਾ ਹੀ ਹੋਇਆ ਤੇ ਜਨਮਾਂ ਵਿੱਚ ਤੁਰਿਆ ਫਿਰਿਆ। ਦੇਵਤਿਆਂ ਨੇ ਯਤਨ ਕੀਤਾ ਵੀ ਅੰਮ੍ਰਿਤ ਪੀ ਲਈਏ ਤੇ ਅਮਰ ਹੋ ਜਾਈਏ, ਪਰ ਕਾਮਯਾਬ ਨਹੀਂ ਹੋਏ। ਸੁਰ ਨਰ ਮੁਨ ਜਾਣੇ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਏ। ਲੱਭਦੇ ਪਏ ਦੇਵਤੇ ਵੀ ਨਹੀਂ ਮਿਲਦਾ ਪਿਆ, ਲੱਭਦੇ ਪਏ ਮਨੁੱਖ ਮਿਲਦਾ ਨਹੀਂ ਪਿਆ ਹੈ। ਪਾਤਸ਼ਾਹ ਕਹਿਣ ਲੱਗੇ, ਅੰਮ੍ਰਿਤ ਪੀ ਅਮਰਾ ਪਦ ਹੋਏ। ਜਿਹੜੇ ਗੁਰੂ ਦੇ ਕੋਲ ਆ ਗਏ, ਉਹਨਾਂ ਨੇ ਸਤਿਗੁਰਾਂ ਦੇ ਕੋਲੋਂ ਨਾਮ ਅੰਮ੍ਰਿਤ ਨੂੰ ਪੀਤਾ ਹੈ ਤੇ ਫਿਰ ਅਮਰ ਪਦਵੀ ਨੂੰ ਪ੍ਰਾਪਤ ਹੋ ਗਏ, ਸਦਾ ਵਾਸਤੇ ਅਮਰ ਹੋ ਜਾਂਦੇ ਹਨ। ਗੁਰ ਕਾ ਸ਼ਬਦ ਰਸ ਤਾਹਾ ਹੈ। ਗੁਰੂ ਦੇ ਸ਼ਬਦ ਦੇ ਨਾਲ ਉਹਨਾਂ ਨੂੰ ਬੇਅੰਤ ਰਸ ਆਨੰਦ ਜਿਹੜਾ ਉਹ ਪ੍ਰਾਪਤ ਹੋਇਆ ਹੈ। ਆਪ ਪਛਾਣੇ ਸੋ ਸਭ ਗੁਣ ਜਾਣੈ। ਜਿਹੜਾ ਆਪਣੇ ਵਾਸਤਵ ਸਰੂਪ ਨੂੰ ਪਛਾਣਦਾ ਹੈ, ਉਹੀ ਸਾਰਿਆਂ ਗੁਣਾਂ ਨੂੰ ਪਛਾਣਦਾ। ਸਾਰੇ ਗੁਣ ਉਸਨੇ ਧਾਰਨ ਕੀਤੇ ਹਨ। ਗੁਰ ਕਾ ਸ਼ਬਦ ਹਰ ਨਾਮ ਵਖਾਣੈ। ਗੁਰੂ ਦੇ ਸ਼ਬਦ ਦੇ ਨਾਲ, ਉਪਦੇਸ਼ ਦੇ ਨਾਲ ਫਿਰ ਗੁਰਮੁਖ ਜਿਹੜੇ ਨਾਮ ਜਪਦੇ ਨੇ, ਹਰ ਵੇਲੇ ਉਹਨਾਂ ਦੇ ਮੁਖ ਚੋਂ ਨਾਮ ਨਿਕਲਦਾ ਹੈ। ਅਨ ਦਿਨ ਨਾਮ ਰਤਾ ਦਿਨ ਰਾਤੀ। ਉਹ ਗੁਰਮੁਖ ਜਿਹੜੇ ਨੇ ਫਿਰ ਦਿਨੇ ਰਾਤ ਇੱਕ ਰਸ ਨਾਮ ਦੇ ਵਿੱਚ ਹੀ ਰੰਗੇ ਰਹਿੰਦੇ। ਕੋਈ ਇਹੋ ਜਿਹਾ ਸਮਾਂ ਆਉਂਦਾ ਹੀ ਨਹੀਂ ਜਦੋਂ ਨਾਮ ਉਹਨਾਂ ਨੂੰ ਭੁੱਲੇ। ਗੁਰਮੁਖ ਦਿਨੇ ਰਾਤ ਫਿਰ ਨਾਮ ਦੇ ਰਸ ਦੇ ਵਿੱਚ ਹਰ ਵੇਲੇ ਭਿੱਜੇ ਰਹਿੰਦੇ ਹਨ। ਮਾਇਆ ਮੋਹ ਚੁਕਾਹਾ ਹੈ। ਉਹਨਾਂ ਗੁਰਮੁਖਾਂ ਨੇ ਮਾਇਆ ਦਾ ਮੋਹ ਦੂਰ ਕਰ ਦਿੱਤਾ ਹੈ। ਸੰਸਾਰੀ ਵਿਕਾਰੀ ਲੋਕ ਮਾਇਆ ਵਿੱਚ ਡੁੱਬੇ ਹੋਏ। ਭਾਈ ਮਹਾਂ ਸਿੰਘ ਨੂੰ ਮਹਾਰਾਜ ਕਹਿੰਦੇ, ਮੰਗੋ ਕੀ ਚਾਹੀਦਾ? ਰਾਜ ਭਾਗ ਜਾਂ ਪਦਾਰਥ ਦਈਏ? ਕਹਿਣ ਲੱਗੇ, ਨਹੀਂ, ਇਹ ਕੁਝ ਨਹੀਂ ਚਾਹੀਦਾ ਮਹਾਰਾਜ। ਇਸ ਤਰ੍ਹਾਂ ਜਿਹੜੇ ਨਾਮ ਜਪਣ ਵਾਲੇ ਗੁਰਮੁਖ, ਉਹਨਾਂ ਦੇ ਮਨ ਦੇ ਵਿੱਚੋਂ ਮਾਇਆ ਦਾ ਮੋਹ ਪਦਾਰਥਾਂ ਦਾ ਦੂਰ ਹੀ ਹੋ ਗਿਆ, ਸਦਾ ਵਾਸਤੇ ਹੀ ਚਲਾ ਗਿਆ, ਕਦੇ ਉਸ ਦਾ ਮੋਹ ਨਹੀਂ ਕਰਦੇ ਹਨ। ਗੁਰ ਸੇਵਾ ਤੇ ਸਭ ਕਿਛ ਪਾਏ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਭਾਈ ਗੁਰੂ ਦੀ ਸੇਵਾ ਕਰੀਏ ਨਾ ਤੇ ਸਭ ਕੁਝ ਹੀ ਮਿਲਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਵੀ ਬਚਨ ਲਿਖਿਆ, ਗੁਰ ਸੇਵਾ ਕਿੰਗ ਨਾ ਲੱਭਿਆ। ਤੇ ਗੁਰੂ ਦੀ ਸੇਵਾ ਕੀਤੀ ਹੋਵੇ ਤੇ ਕਿਹੜਾ ਪਦਾਰਥ ਹੈ ਜਿਹੜਾ ਮਿਲਦਾ ਨਹੀਂ। ਇਹ ਗੁਰੂ ਅਮਰਦਾਸ ਪਾਤਸ਼ਾਹ ਨੇ ਬਚਨ ਉਸ ਵੇਲੇ ਆਖਿਆ ਜਦੋਂ 12 ਸਾਲ ਆਪ ਪਾਣੀ ਦੀ ਗਾਗਰ ਚੁੱਕ ਕੇ ਤੇ ਸੇਵਾ ਕੀਤੀ।
ਖਡੂਰ ਸਾਹਿਬ ਤੋਂ ਚੱਲਦੇ ਗੋਇੰਦਵਾਲ ਦੇ ਕੋਲੋਂ ਬਿਆਸ ਦਰਿਆ ਲੰਘਦਾ ਤੇ ਉੱਥੋਂ ਜਾ ਕੇ ਪਾਣੀ ਦਾ ਭਰ ਕੇ ਗਾਗਰ ਮਟਕਾ ਲੈ ਕੇ ਆਉਂਦੇ ਤੇ ਇਸ਼ਨਾਨ ਕਰਾਉਂਦੇ ਤੇ ਲਗਾਤਾਰ 12 ਸਾਲ ਸੇਵਾ ਕੀਤੀ ਤੇ ਵਰ ਪ੍ਰਾਪਤ ਹੋਇਆ। ਨਿਮਾਣਿਆਂ ਦੇ ਮਾਨ, ਨਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪਤ, ਨਿਆਸਰਿਆਂ ਦੇ ਆਸਰੇ, ਨਿਧਰਿਆਂ ਦੀ ਧਿਰ। ਇਹ ਫਿਰ 12 ਵਰ ਵੀ ਨਾਲ ਹੀ ਲੈ। ਉਹ ਬਚਨ ਕਰਦੇ ਪਏ, ਕਹਿਣ ਲੱਗੇ ਭਾਈ ਗੁਰਮੁਖੋ ਬਚਨ ਇਹ ਹੈ, ਗੁਰ ਸੇਵਾ ਤੇ ਸਭ ਕੁਛ ਪਾਏ। ਜੋ ਗੁਰੂ ਦੀ ਸੇਵਾ ਕਰਦਾ ਸਾਰੇ ਪਦਾਰਥ ਉਸ ਨੂੰ ਪ੍ਰਾਪਤ ਹੁੰਦੇ ਹਨ। ਕੋਈ ਇਹੋ ਜਿਹੀ ਵਸਤੂ ਨਹੀਂ ਹੈ ਜੋ ਸੇਵਾ ਕਰਕੇ ਨਹੀਂ ਮਿਲਦੀ ਹੈ। ਅਸੀਂ ਭੱਜ ਪੈਂਦੇ ਨਾ ਪਖੰਡੀ ਸਾਧਾਂ ਦੇ ਵੱਲ ਧਾਗਾ ਕਰਾਉਣ ਵਾਸਤੇ। ਗੁਰੂ ਦੇ ਘਰ ਦੀ ਸੇਵਾ ਕਰਿਆ ਕਰੋ, ਝਾੜੂ ਫੇਰ ਕੇ, ਬਰਤਨ ਮਾਂਜ ਕੇ, ਸੰਗਤ ਵਿੱਚ ਆ ਕੇ ਬੈਠ ਕੇ ਬਾਣੀ ਪੜ੍ਹੋ ਤੇ ਅਰਦਾਸ ਕਰੋ। ਕਿਹੜੀ ਇਹੋ ਜਿਹੀ ਵਸਤੂ ਹੈ ਜਿਹੜੀ ਗੁਰੂ ਦਰਬਾਰ ਦੇ ਵਿੱਚੋਂ ਨਹੀਂ ਮਿਲਦੀ ਹੈ। ਹਉਮੈ ਮੇਰਾ ਆਪ ਗਵਾਏ। ਗੁਰਮੁਖੋ ਸੰਗਤ ਵਿੱਚ ਬੈਠ ਕੇ ਤੇ ਹਉ ਮੇਰਾ ਵੀ ਖਤਮ ਹੋ ਜਾਂਦਾ ਹੈ। ਇਹ ਮੇਰੀ ਹੈ, ਇਹ ਤੇਰੀ, ਇਹ ਮੈਂ ਮੇਰੀ ਮਿਟ ਜਾਂਦੀ। ਬਿਸਰ ਗਈ ਸਭ ਤਾਤ ਪਰਾਈ। ਇਹ ਮੈਂ ਮੇਰੀ ਖਤਮ ਹੋ ਜਾਂਦੀ ਹੈ। ਤੇ ਪਾਤਸ਼ਾਹ ਕਹਿੰਦੇ ਆਪ ਗਵਾਏ। ਹੰਕਾਰ ਵੀ ਖਤਮ ਹੋ ਜਾਂਦਾ ਹੈ, ਹੰਕਾਰ ਵੀ ਨਹੀਂ ਰਹਿੰਦਾ ਹੈ। ਐਸੀ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਆਪੇ ਕਿਰਪਾ ਕਰੇ ਸੁਖ ਦਾਤਾ। ਕਹਿਣ ਲੱਗੇ ਸੁੱਖਾਂ ਦੇ ਦਾਤੇ ਨੇ ਸਤਿਗੁਰੂ ਪਾਤਸ਼ਾਹ ਜੀ, ਆਪ ਹੀ ਕਿਰਪਾ ਕਰਦੇ, ਬਖਸ਼ਿਸ਼ ਕਰ ਦਿੰਦੇ ਹਨ। ਗੁਰ ਕਾ ਸ਼ਬਦ ਸੋਹਾ ਹੈ। ਇਹ ਗੁਰੂ ਦੇ ਸ਼ਬਦ ਕਰਕੇ ਫਿਰ ਸੋਹਾ ਹੈ, ਸ਼ੋਭਾ ਪਾਉਂਦੇ ਨੇ, ਜਿਨ੍ਹਾਂ ਦੇ ਉੱਪਰ ਸਤਿਗੁਰੂ ਕਿਰਪਾ ਕਰ ਦਿੰਦੇ ਹਨ। ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਗੁਰਮੁਖੋ ਜਿਹੜਾ ਸ਼ਬਦ ਹੈ ਨਾ, ਇਹ ਅੰਮ੍ਰਿਤ ਬਾਣੀ ਹੈ। ਗੁਰੂ ਦਾ ਉਪਦੇਸ਼ ਅੰਮ੍ਰਿਤ ਬਾਣੀ ਹੈ। ਜਿਹੜਾ ਜਿਹੜਾ ਇਸ ਬਾਣੀ ਨੂੰ ਪੜ੍ਹਦਾ ਉਹ ਅਮਰ ਹੋ ਜਾਂਦਾ ਹੈ। ਪੀ ਅੰਮ੍ਰਿਤ ਆਗਾਨਿਆ। ਸਤਿਗੁਰੂ ਪਾਤਸ਼ਾਹ ਜੀ ਦਾ ਬਚਨ ਹੈ, ਗੁਰ ਸ਼ਬਦ ਤਰਾਇਆ। ਗੁਰੂ ਦੇ ਸ਼ਬਦ ਨੂੰ ਜਪ ਕੇ ਉਹ ਗੁਰਮੁਖ ਅਗਾਨਿਆ ਕਹੀਏ ਰੱਜ ਗਿਆ ਤੇ ਤਰ ਗਿਆ ਦੁਨੀਆ ਤੋਂ। ਸੋ ਇਸ ਤਰ੍ਹਾਂ ਦਾ ਗੁਰੂ ਦਾ ਸ਼ਬਦ ਉਪਦੇਸ਼ ਹੈ। ਜਿਹੜੇ ਜਪਦੇ ਨੇ ਅੰਮ੍ਰਿਤ ਬਾਣੀ ਉਹ ਰੱਜ ਜਾਂਦੇ ਹਨ। ਅਨ ਦਿਨ ਹਰਿ ਕਾ ਨਾਮ ਵਖਾਣੀ। ਉਹ ਫਿਰ ਗੁਰਮੁਖ ਅਨ ਦਿਨ ਦਿਨੇ ਰਾਤ ਹੀ ਆਪਣੇ ਮੁਖੋਂ ਨਾਮ ਜਪਦੇ ਰਹਿੰਦੇ। ਦਿਨੇ ਰਾਤ ਹੀ ਕਹਿੰਦੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ। ਕੋਈ ਸਮਾਂ ਇਸ ਤਰ੍ਹਾਂ ਦਾ ਹੀ ਨਹੀਂ। ਸਾਸ ਸਾਸ ਸਿਮਰੋ। ਇਸ ਤਰ੍ਹਾਂ ਹਰੇਕ ਸਾਹ ਦੇ ਨਾਲ ਕੋਈ ਇਹੋ ਜਿਹਾ ਸਾਹ ਹੈ ਹੀ ਨਹੀਂ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ। ਇੱਕ ਸਾਹ ਹੀ ਨਾ ਕਿਤੇ ਵਿਅਰਥ ਚਲੇ ਜਾਵੇ। ਇਸ ਤਰ੍ਹਾਂ ਹਰੇਕ ਸਾਹ ਦੇ ਨਾਲ ਜਪਦੇ ਹਨ। ਹਰ ਹਰ ਸੱਚਾ ਵਸੇ ਘਟ ਅੰਤਰ। ਗੁਰਮੁਖੋ ਉਹ ਜਿਹੜਾ ਸੱਚਾ ਵਾਹਿਗੁਰੂ ਹੈ ਉਹ ਗੁਰਮੁਖਾਂ ਦੇ ਹਿਰਦੇ ਵਿੱਚ ਹਰ ਵੇਲੇ ਨਿਵਾਸ ਰੱਖਦਾ ਹੈ। ਸੋ ਘਟ ਨਿਰਮਲਤਾ ਹੈ। ਤੇ ਕਹਿਣ ਲੱਗੇ ਉਹਨਾਂ ਗੁਰਮੁਖਾਂ ਦਾ ਘਾਟ ਜਿਹੜਾ ਅੰਤఃਕਰਨ ਨਿਰਮਲ ਹੋ ਜਾਂਦਾ, ਗੁਰਮੁਖਾਂ ਦਾ ਹਿਰਦਾ ਸ਼ੁੱਧ ਹੋ ਜਾਂਦਾ। ਸਾਡੇ ਮਨ ਵਿੱਚ ਮੈਲ ਹੈ, ਈਰਖਾ, ਇਹਦਾ ਮਾੜਾ ਕਰਨਾ, ਇਹਦਾ ਚੰਗਾ ਕਰਨਾ, ਇਹਦੀ ਮਦਦ ਕਰਨੀ, ਇਹਦੀਆਂ ਲੱਤਾਂ ਖਿੱਚਣੀਆਂ, ਇਹ ਸੰਸਾਰੀ ਲੋਕਾਂ ਦੀ ਬਿਰਤੀ ਹੈ। ਗੁਰਮੁਖਾਂ ਦਾ ਹਿਰਦਾ ਸ਼ੁੱਧ ਹੋ ਜਾਂਦਾ, ਮੈਲ ਰਹਿੰਦੀ ਨਹੀਂ। ਜਿਹੜਾ ਵੀ ਆ ਜਾਵੇ ਉਹਦਾ ਭਲਾ ਹੀ ਕਰਨਾ ਉਹਨਾਂ ਨੇ, ਇਹ ਨਹੀਂ ਵੇਖਣਾ ਵੀ ਇਹ ਦੁਸ਼ਮਣ ਹੈ ਕਿ ਮਿੱਤਰ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਸ ਤਰ੍ਹਾਂ ਗੁਰਮੁਖ ਜਿਹੜੇ ਨੇ ਉਹ ਸਾਰਿਆਂ ਦਾ ਭਲਾ ਕਰਦੇ, ਕਿਉਂਕਿ ਜਨ ਪਾਰੇ ਉਪਕਾਰੀ। ਤੇ ਮਹਾਰਾਜ ਕਹਿੰਦੇ ਗੁਰੂ ਕਿਹਾ ਸਿੱਖਾ ਤੂੰ ਵੀ ਆਪਣਾ ਹਿਰਦਾ ਇਸ ਤਰ੍ਹਾਂ ਦਾ ਨਿਰਮਲ ਕਰ ਲਾ ਵੀ ਤੇਰੇ ਮੂੰਹੋਂ ਵੀ ਬਚਨ ਨਿਕਲੇ ਔਰ ਤੂੰ ਇਹ ਕੰਮ ਵੀ ਕਰੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਐਸੀ ਦਾਤ ਨੂੰ ਪ੍ਰਾਪਤ ਹੁੰਦੇ ਹਨ। ਸੇਵਕ ਸੇਵੇ ਸ਼ਬਦ ਸਲਾਹੇ। ਜਿਹੜੇ ਸੇਵਕ ਬਣ ਕੇ ਗੁਰੂ ਦੀ ਸੇਵਾ ਕਰਦੇ ਔਰ ਸ਼ਬਦ ਦੁਆਰਾ ਉਸ ਦੀ ਗੁਰਮੁਖੋ ਸੇਵਾ ਕਰਦੇ। ਸੇਵਾ ਕਈ ਵਾਰੀ ਸਾਡਾ ਮਨ ਇਹ ਕਰਦਾ ਵੀ ਮੈਂ ਤੇ ਬਜ਼ੁਰਗ ਹੋ ਗਿਆ, ਬੁੱਢਾ ਹੋ ਗਿਆ, ਹੁਣ ਮੇਰੇ ਤੋਂ ਚੱਲਣਾ ਫਿਰਨਾ ਬੜਾ ਔਖਾ ਹੈ, ਮੇਰਾ ਜੀਅ ਕਰਦਾ ਮੈਂ ਸੇਵਾ ਕਰਾਂ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੂੰ ਬੈਠ ਕੇ ਜਪਜੀ ਸਾਹਿਬ ਦਾ ਹੀ ਪਾਠ ਕਰੀ ਚੱਲ, ਬੈਠ ਕੇ ਵਾਹਿਗੁਰੂ ਮੰਤਰ ਦਾ ਜਾਪ ਕਰ। ਇਹ ਸਭ ਤੋਂ ਵੱਡੀ ਸੇਵਾ ਕਰਦਾ ਪਿਆ। ਐਸੀ ਸਤਿਗੁਰੂ ਕਿਰਪਾ ਕਰਦੇ। ਕਹਿਣ ਲੱਗੇ ਸੇਵਕ ਸੇਵਾ ਸ਼ਬਦ ਸਲਾਹ। ਸੇਵਕ ਹੋ ਕੇ ਗੁਰਾਂ ਦੀ ਸੇਵਾ ਕਰਦੇ, ਜਿਹੜੇ ਸ਼ਬਦ ਸਲਾਹੇ ਬ੍ਰਹਮ ਦੀ ਸ਼ਲਾਘਾ ਕਰਦੇ, ਪ੍ਰਮਾਤਮਾ ਦੀ ਸਿਫਤ ਕਰਦੇ ਹਨ। ਸਦਾ ਹਰ ਰੰਗ ਰਾਤੇ ਹਰ ਗੁਣ ਗਾਵੇ। ਉਹ ਗੁਰਮੁਖ ਸਦਾ ਰੰਗ ਕਹੀਏ ਪ੍ਰੇਮ ਦੇ ਵਿੱਚ ਰੰਗੇ ਹੋਏ ਤੇ ਉਹ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਨ। ਆਪੇ ਬਖਸ਼ੇ ਸ਼ਬਦ ਮਿਲਾਏ। ਫਿਰ ਉਹਨਾਂ ਦੇ ਔਗਣ ਸਤਿਗੁਰੂ ਬਖਸ਼ ਲੈਂਦੇ, ਮਾਫ ਕਰ ਦਿੰਦੇ। ਪਿਛਲੇ ਔਗਣ ਬਖਸ਼ ਲੈ ਪ੍ਰਭ।
ਸਤਿਗੁਰੂ ਸਾਰੇ ਔਗਣਾਂ ਨੂੰ ਉਸ ਵੇਲੇ ਬਖਸ਼ ਕੇ ਤੇ ਆਪਣੇ ਨਾਲ ਮਿਲਾ ਲੈਂਦੇ ਹਨ। ਪਰਮਲ ਵਾਸ ਮਨ ਤਾਹਾ ਹੈ। ਗੁਰਮੁਖੋ ਪਰਮਲ ਕਹਿੰਦੇ ਨੇ ਚੰਦਨ ਨੂੰ। ਭਗਤੀ ਰੂਪੀ ਸਤਿਗੁਰੂ ਪਾਤਸ਼ਾਹ ਦਾਤ ਬਖਸ਼ਿਸ਼ ਕਰਦੇ ਨੇ, ਐਸੀ ਦਾਤ ਦਿੰਦੇ ਨੇ ਕਿ ਉਹਨਾਂ ਦੇ ਮਨ ਦੇ ਵਿੱਚ ਭਗਤੀ ਰੂਪੀ ਖੁਸ਼ਬੂ, ਜਿਵੇਂ ਚੰਦਨ ਦੀ ਖੁਸ਼ਬੂ ਹੈ ਨਾ, ਵਿਦਵਾਨ ਕਹਿੰਦੇ ਨੇ ਚੰਦਨ ਇੱਕ ਇਹੋ ਜਿਹਾ ਰੁੱਖ ਹੈ ਵੀ ਦੂਰ ਤੱਕ ਜੰਗਲ ਦੇ ਜਿੰਨੇ ਬੂਟੇ ਨੇ ਉਹਨਾਂ ਵਿੱਚੋਂ ਵੀ ਚੰਦਨ ਦੀ ਮਹਿਕ ਆਉਣ ਲੱਗ ਪੈਂਦੀ ਹੈ। ਜਿਨ੍ਹਾਂ ਕੋਲ ਭਗਤੀ ਰੂਪੀ ਚੰਦਨ ਮਹਾਰਾਜ ਨੇ ਬਖਸ਼ਿਸ਼ ਕੀਤਾ, ਉਹਨਾਂ ਦੀ ਭਗਤੀ ਦੀ ਮਹਿਕ ਦੂਰ ਤੱਕ ਪ੍ਰਾਪਤ ਹੁੰਦੀ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਕਿ ਪ੍ਰਮਾਤਮਾ ਦਾ ਜਸ ਕਰਨਾ, ਇਹੋ ਹੀ ਚੰਦਨ ਦੀ ਜਿਹੜੀ ਹੈ ਖੁਸ਼ਬੂ ਉਹਨਾਂ ਦੇ ਕੋਲੋਂ, ਗੁਰਮੁਖਾਂ ਦੇ ਕੋਲੋਂ ਆਉਂਦੀ ਹੈ। ਸ਼ਬਦ ਅਕਥ ਕਥੇ ਸਲਾਹੇ। ਜਿਹੜੇ ਗੁਰਮੁਖ ਨੇ ਉਹ ਅਕਥ ਪ੍ਰਮਾਤਮਾ ਨੂੰ ਗੁਰੂ ਦੇ ਸ਼ਬਦ ਦੁਆਰਾ ਕਥਦੇ ਨੇ, ਕਥਨ ਕਰਦੇ ਹਨ। ਮੇਰੇ ਪ੍ਰਭ ਸਾਚੇ ਬੇਪਰਵਾਹੇ। ਉਹ ਪ੍ਰਮਾਤਮਾ ਭਾਈ ਬੇਪਰਵਾਹ ਹੈ, ਉਹਨੂੰ ਕਿਸੇ ਦੀ ਪਰਵਾਹ ਨਹੀਂ। ਸਾਨੂੰ ਦੁਨੀਆਦਾਰੀ ਵਿੱਚ ਹੁੰਦਾ ਵੀ ਫਲਾਣਾ ਕੀ ਕਵੇਗਾ, ਪਰ ਪਰਮਾਤਮਾ ਨੂੰ ਕੋਈ ਪਰਵਾਹ ਨਹੀਂ। ਉਹਦੇ ਭਿੱਲਣੀ ਦੇ ਜੂਠੇ ਬੇਰ ਵੀ ਛਕ ਲੈਂਦਾ, ਕੋਈ ਪਰਵਾਹ ਨਹੀਂ। ਉਹਦੇ ਜਾ ਕੇ ਸੋ ਬਿਦਰ ਦੇ ਘਰ ਬੈਠ ਕੇ ਬਿਨਾਂ ਲੂਣ ਤੋਂ ਸਾਗ ਵੀ ਛਕ ਲੈਂਦਾ, ਕੋਈ ਪਰਵਾਹ ਨਹੀਂ ਵੀ ਦੁਨੀਆ ਕੀ ਕਹਿੰਦੀ ਹੈ। ਉਹ ਬੇਪਰਵਾਹ ਹੈ, ਪਰਮਾਤਮਾ ਨੂੰ ਕਿਸੇ ਦੀ ਪਰਵਾਹ, ਕਾਣ ਘਨੌੜ ਨਹੀਂ ਫਲਾਣਾ ਕੀ ਕਵੇਗਾ। ਜਿਹੜੇ ਉਹਦਾ ਨਾਮ ਜਪਦੇ ਨੇ ਉਹ ਵੀ ਬੇਪਰਵਾਹ ਹੋ ਜਾਂਦੇ। ਬੇਪਰਵਾਹ ਸਦਾ ਰੰਗ ਹਰਿ ਕੈ ਜਾ ਕੋ ਪਾਖ ਸੁਆਮੀ। ਪਰਮਾਤਮਾ ਜਿਹਦੀ ਪੱਖ ਕਰੇ ਉਹ ਵੀ ਬੇਪਰਵਾਹ ਹੋ ਜਾਂਦਾ ਹੈ। ਆਪੇ ਗੁਣ ਦਾਤਾ ਸ਼ਬਦ ਮਿਲਾਏ। ਉਹ ਗੁਣਾਂ ਦੇ ਦਾਤੇ ਪਰਮਾਤਮਾ ਜੋ ਹਨ, ਸਤਿਗੁਰੂ ਕਿਰਪਾ ਕਰਕੇ ਆਪਣਾ ਸ਼ਬਦ ਬਖਸ਼ਿਸ਼ ਕਰਦੇ, ਉਪਦੇਸ਼ ਦੀ ਕਮਾਈ ਕਰਕੇ ਗੁਰਮੁਖ ਮਿਲਦੇ ਹਨ। ਸ਼ਬਦ ਕਾ ਰਸ ਤਾਹਾ ਹੈ। ਉਹਨਾਂ ਨੂੰ ਫਿਰ ਹਰ ਵੇਲੇ ਸ਼ਬਦ ਦਾ ਰਸ ਪ੍ਰਾਪਤ ਹੁੰਦਾ ਹੈ। ਰਾਮ ਰਸ ਪੀਆ ਰੇ ਜਿਹ ਰਸ ਬਿਸਰ ਗਏ ਰਸ। ਔਰ ਉਹਨਾਂ ਨੂੰ ਰਾਮ ਦੇ ਨਾਮ ਦਾ ਰਸ ਇੰਨਾ ਆਨੰਦ ਆਇਆ ਵੀ ਦੁਨੀਆ ਦੇ ਰਸ ਸਾਰੇ ਭੁੱਲ ਜਾਂਦੇ ਹਨ। ਮਨਮੁਖ ਭੂਲਾ ਠੌਰ ਨਾ ਪਾਏ। ਮਨਮੁਖ ਬੰਦਾ ਭੁੱਲਿਆ ਹੋਇਆ ਰੱਬ ਦੇ ਨਾਲ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਮਨਮੁਖ ਕਿਹਨੂੰ ਕਿਹਾ ਜਾਂਦਾ ਹੈ? ਹੁਣ ਜੇ ਸਾਨੂੰ ਕੋਈ ਮਨਮੁਖ ਕਵੇ ਤੇ ਅਸੀਂ ਗੁੱਸਾ ਕਰਾਂਗੇ, ਪਰ ਜੇ ਸਾਨੂੰ ਕੋਈ ਗੁਰਮੁਖ ਕਰੇ ਤੇ ਅਸੀਂ ਬੜੇ ਖੁਸ਼ ਹੋਵਾਂਗੇ। ਸਤਿਗੁਰਾਂ ਨੂੰ ਪੁੱਛਿਆ ਮਹਾਰਾਜ ਮਨਮੁਖ ਕੌਣ ਹੈ? ਪਾਤਸ਼ਾਹ ਕਹਿੰਦੇ ਮਨਮੁਖ ਉਹ ਹੈ ਜਿਹਨੂੰ ਪਰਮਾਤਮਾ ਭੁੱਲਿਆ ਹੋਇਆ। ਮਨਮੁਖ ਭੁੱਲਿਆ ਹੋਇਆ, ਠੌਰ ਨਾ ਪਾਏ। ਜਿਹੜਾ ਰੱਬ ਨੂੰ ਭੁੱਲਿਆ ਉਹਨੂੰ ਫਿਰ ਕਿਤੇ ਵੀ ਜਗ੍ਹਾ ਨਹੀਂ ਮਿਲਦੀ, ਭਟਕਦਾ ਹੀ ਰਹਿੰਦਾ ਹਰ ਵੇਲੇ। ਜੋ ਧੁਰ ਲਿਖਿਆ ਸੋ ਕਰਮ ਕਮਾਏ। ਕਿਉਂਕਿ ਜੋ ਧੁਰ ਤੋਂ ਲਿਖਿਆ ਨਾ ਲੇਖ, ਉਹਨਾਂ ਲੇਖਾਂ ਦੇ ਅਨੁਸਾਰ ਹੀ ਫਿਰ ਮਨਮੁਖ ਜੀਵ ਜਿਹੜੇ ਕਰਮਾਂ ਨੂੰ ਕਮਾਉਂਦੇ, ਹਰ ਵੇਲੇ ਪਾਪ ਕਰਮ ਨੂੰ ਕਰਦੇ ਹਨ। ਵੇਖਿਆ ਰਾਤੇ ਵੇਖਿਆ ਖੋਜੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਾਇਆ ਵਿੱਚ ਫਸੇ ਹੋਏ ਹਰ ਵੇਲੇ ਮਾਇਆ ਹੀ ਲੱਭਦੇ ਪਏ। ਵਿਖਿਆ, ਜਿਹੜੀ ਵਿਖਿਆ ਮਾਇਆ ਹੈ, ਇਹਦੇ ਵਿੱਚ ਰਾਤੇ ਕਹੀਏ ਰੰਗੇ ਹੋਏ, ਉਹਨਾਂ ਨੂੰ ਮਾਇਆ ਬੜੀ ਚੰਗੀ ਲੱਗਦੀ ਹੈ। ਤੇ ਵਿਖਿਆ ਖੋਜੇ, ਮਾਇਆ ਨੂੰ ਹੀ ਲੱਭਦੇ ਰਹਿੰਦੇ ਵੀ ਇੱਥੋਂ ਵੀ ਮਿਲ ਜਾਵੇ, ਇੱਥੋਂ ਵੀ ਮਿਲ ਜਾਵੇ। ਐਸੀ ਬਿਰਤੀ ਹੈ। ਫਿਰ ਇਸੇ ਪੰਕਤੀ ਨੂੰ ਫਰਮਾਉਂਦੇ ਹਨ। ਵਿਖਿਆ ਰਾਤੇ ਵਿਖਿਆ ਖੋਜੈ। ਵਿਖਿਆ ਨਾਮ ਗੁਰਮੁਖੋ ਵਿਸ਼ੇ ਵਿਕਾਰਾਂ ਦਾ ਹੈ। ਵਿਸ਼ੇ ਵਿਕਾਰਾਂ ਵਿੱਚ ਰੰਗੇ ਹੋਏ ਹਰ ਵੇਲੇ ਵਿਸ਼ੇ ਵਿਕਾਰਾਂ ਨੂੰ ਹੀ ਲੱਭਦੇ ਨੇ। ਕੱਲ ਮੈਂ ਇੱਥੇ ਵਿਕਾਰ ਭੋਗੇ ਸਨ, ਪਰਸੋਂ ਮੈਂ ਇੱਥੇ ਵਿਕਾਰ ਭੋਗੇ ਸਨ, ਅੱਜ ਮੈਂ ਇੱਥੇ ਵਿਕਾਰ ਭੋਗਣ। ਇਸ ਤਰ੍ਹਾਂ ਵਿਕਾਰਾਂ ਵਿੱਚ ਫਸੇ ਹੋਏ ਦਿਨੇ ਰਾਤ ਵਿਕਾਰਾਂ ਦੀ ਮੰਗ ਹੀ ਕਰਦੇ, ਹਰ ਵੇਲੇ ਵਿਕਾਰਾਂ ਵਿੱਚ ਫਸੇ ਰਹਿੰਦੇ। ਕੁਕਰਮਾਂ ਦੇ ਵਿੱਚ, ਕਾਮ ਦੇ ਵਿੱਚ ਫਸੇ ਹੋਏ ਹਮੇਸ਼ਾ ਕਾਮ ਦੀ ਵਾਸ਼ਨਾ ਦੀਆਂ ਗੱਲਾਂ ਕਰਦੇ ਹਨ। ਮਰ ਜਨਮੈ ਦੁਖ ਤਾਹਾ ਹੈ। ਇਸ ਤਰ੍ਹਾਂ ਦੇ ਵਿਅਕਤੀ ਜਦੋਂ ਮਰ ਕੇ ਜਾਣਗੇ ਨਾ ਤੇ ਫਿਰ ਜਨਮਾਂ ਦਾ ਦੁੱਖ ਪਵੇਗਾ। ਬੇਮੁਖ ਹੋਏ ਰਾਮ ਤੇ ਲੱਗਨ ਜਨਮ ਵਿਜੋਗ। ਜਨਮਾਂ ਦੇ ਵਿਛੋੜੇ ਪੈ ਗਏ। ਵਿਕਾਰ ਤੇ ਜਨਮ ਦੇ ਵਿੱਚ ਇੱਕ ਭੋਗਿਆ ਹੈ, ਪਰ ਉਸ ਵਿਕਾਰ ਦਾ ਫੈਸਲਾ ਦੇਣ ਵਾਸਤੇ, ਲੇਖਾ ਦੇਣ ਵਾਸਤੇ ਪਤਾ ਨਹੀਂ ਕਿੰਨੇ ਕੁ ਜਨਮਾਂ ਦਾ, ਜਨਮਾਂ ਜਨਮਾਤਰਾਂ ਦੇ ਦੁੱਖ ਫਿਰ ਭੋਗਣੇ ਪੈਂਦੇ। ਐਸਾ ਵਿਕਾਰੀ ਹੋ ਜਾਂਦਾ ਹੈ। ਆਪੇ ਆਪ ਸਲਾਹੇ। ਇਹ ਪਰਮਾਤਮਾ ਤੂੰ ਆਪੇ ਹੀ ਆਪਣੇ ਆਪ ਨੂੰ ਸਲਾਹੁੰਦਾ ਹੈ। ਭਾਵ ਇਹ ਹੈ ਕਿ ਤੂੰ ਐਸੀ ਬਖਸ਼ਿਸ਼ ਕਰਦਾ ਹੈ। ਗੁਰਮੁਖਾਂ ਦੇ ਅੰਦਰ ਤੁਸੀਂ ਆਪ ਹੀ ਬੈਠੇ ਹੋਏ ਤੇ ਗੁਰਮੁਖਾਂ ਨੂੰ ਉਪਦੇਸ਼ ਵੀ ਤੁਸੀਂ ਆਪ ਹੀ ਦਿੰਦੇ ਹੋ। ਤੇ ਗੁਰਮੁਖਾਂ ਦੀ ਰਸਨਾ ਤੋਂ ਜਦੋਂ ਨਾਮ ਨਿਕਲਦਾ ਤੇ ਉਹ ਵੀ ਤੁਹਾਡਾ ਹੀ ਨਾਮ ਨਿਕਲਦਾ ਹੈ। ਇਸ ਤਰ੍ਹਾਂ ਤੁਸੀਂ
ਆਪੇ ਜਪੋ ਆਪਣਾ ਜਾਪ, ਆਪਣੇ ਜਾਪ ਨੂੰ ਆਪੇ ਜਪਾਉਂਦੇ ਹੋ। ਤੇਰੇ ਗੁਣ ਪ੍ਰਭ ਤੁਝ ਹੀ ਮਾਹੇ। ਇਸ ਕਰਕੇ ਇਹ ਪ੍ਰਮਾਤਮਾ ਜੋ ਤੇਰੇ ਵਿੱਚ ਗੁਣ ਨੇ ਉਹ ਤੇਰੇ ਵਿੱਚ ਨੇ, ਤੇਰੇ ਗੁਣ ਹੋਰ ਕਿਸੇ ਵਿੱਚ ਹੈ ਹੀ ਨਹੀਂ। ਦੁਨੀਆ ਦਾ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਸਾਧੂ ਵੀ ਮੈਂ ਰੱਬ ਹੀ ਹਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਚਨ ਇਹ ਹੈ ਕਿ ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਨਾ ਕੋ ਹੋਏ। ਪ੍ਰਮਾਤਮਾ ਵਰਗਾ ਕੋਈ ਹੈ ਹੀ ਨਹੀਂ, ਕਿਉਂਕਿ ਪ੍ਰਮਾਤਮਾ ਦੇ ਗੁਣ ਕੇਵਲ ਉਹਦੇ ਵਿੱਚ ਹੀ ਨੇ, ਉਹਦੇ ਬਿਨਾ ਕਿਸੇ ਵਿੱਚ ਉਹ ਗੁਣ ਨਹੀਂ ਹੈਗੇ ਹਨ। ਤੂੰ ਆਪ ਸੱਚਾ ਤੇਰੀ ਬਾਣੀ ਸੱਚੀ। ਅਕਾਲ ਪੁਰਖ ਤੁਸੀਂ ਸੱਚੇ ਹੋ, ਆਦ ਸੱਚ ਜੁਗਾਦ ਸੱਚ ਹੋ। ਤੁਹਾਡੀ ਬਾਣੀ ਸੱਚੀ, ਤੁਹਾਡੀ ਨਾਮ ਬਾਣੀ ਵੀ ਸੱਚੀ ਹੈ। ਜਿਹੜਾ ਜਪਦਾ ਉਹ ਵੀ ਸੱਚਾ ਹੋ ਜਾਂਦਾ ਹੈ। ਆਪੇ ਅਲਖ ਅਥਾਹ ਹੈ। ਤੁਸੀਂ ਆਪ ਹੀ ਅਲਖ ਸਰੂਪ ਹੋ। ਅਥਾਹ ਕਹੀਏ ਥਾਹ ਤੋਂ ਰਹਿਤ, ਬੇਅੰਤ ਹੋ, ਤੁਹਾਡਾ ਕੋਈ ਅੰਤ ਨਹੀਂ ਪਾਉਂਦਾ ਹੈ। ਬਿਨ ਗੁਰ ਦਾਤੇ ਕੋਏ ਨਾ ਪਾਏ। ਗੁਰਮੁਖੋ ਸਤਿਗੁਰੂ ਨੇ ਨਾਮ ਦੇ ਦਾਤੇ। ਇਹ ਬਚਨ ਪੱਲੇ ਬੰਨ੍ਹ ਲਈਏ। ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਭਾਈ ਸਤਿਗੁਰੂ ਨੇ ਅੰਮ੍ਰਿਤ ਦੇ ਦਾਤੇ, ਨਾਮ ਦੇ ਦਾਤੇ। ਤੇ ਗੁਰੂ ਕਿਰਪਾ ਤੋਂ ਬਿਨਾ ਕੋਈ ਪਾ ਹੀ ਨਹੀਂ ਸਕਦਾ ਹੈ। ਕੋਈ ਆਪਣੇ ਆਪ ਕਵੇ ਨਾ ਵੀ ਮੈਂ ਜਾ ਕੇ ਰੱਬ ਨੂੰ ਪਾ ਲਵਾਂਗਾ, ਆਪਣੇ ਆਪ ਨਹੀਂ ਪਾਇਆ ਜਾਣਾ। ਉਦੋਂ ਪ੍ਰਾਪਤ ਹੋਵੇਗਾ ਜਦੋਂ ਗੁਰੂ ਵਾਲਾ ਬਣੇਗਾ। ਬਿਨ ਗੁਰ ਦਾਤੇ ਕੋਏ ਨਾ ਪਾਏ। ਨਾਮ ਦੇ ਦਾਤੇ ਸਤਿਗੁਰੂ ਨੇ। ਸਤਿਗੁਰੂ ਤੋਂ ਬਿਨਾ ਕਦੇ ਵੀ ਕੋਈ ਪਰਮੇਸ਼ਰ ਨੂੰ ਪਾ ਨਹੀਂ ਸਕਦਾ ਜਿੰਨਾ ਚਿਰ ਗੁਰੂ ਵਾਲਾ ਨਹੀਂ ਬਣਦਾ ਹੈ। ਲੱਖ ਕੋਟੀ ਜੇ ਕਰਮ ਕਮਾਏ। ਕੋਈ ਬੰਦਾ ਭਾਵੇਂ ਲੱਖਾਂ ਕਰੋੜਾਂ ਵੀ ਕਰਮ ਕਰ ਲਵੇ। ਦਿਆਲਦਾਸ ਮਹਾਰਾਜ ਦੀ ਸ਼ਰਨ ਵਿੱਚ ਆਇਆ ਨਾ 10ਵੇਂ ਪਾਤਸ਼ਾਹ ਦੇ ਲੰਗਰ ਲੈ ਕੇ। ਮਹਾਰਾਜ ਕਹਿੰਦੇ ਦਿਆਲਦਾਸ ਤੇਰਾ ਲੰਗਰ ਨਹੀਂ ਛਕਣਾ। ਕਹਿਣ ਲੱਗੇ ਜੀ ਕਿਉਂ ਨਹੀਂ ਛਕਣਾ? ਕਹਿੰਦੇ ਜਦੋਂ ਦਿਆਲ ਸਿੰਘ ਬਣੇਗਾ ਨਾ ਉਦੋਂ ਛਕਾਂ। ਮਹਾਰਾਜ ਮੈਨੂੰ ਦਿਆਲ ਸਿੰਘ ਬਣਨ ਦੀ ਕੀ ਲੋੜ ਹੈ? ਮੈਂ ਤੇ ਗੁਰੂ ਰਾਮਦਾਸ ਪਾਤਸ਼ਾਹ ਤੋਂ ਬਣਿਆ ਸਿੱਖ। ਮੇਰਾ ਦਾਦਾ ਵੀ ਸਿੱਖ, ਮੇਰਾ ਪਿਤਾ ਵੀ ਸਿੱਖ, ਮੈਂ ਵੀ ਅੱਗੇ ਸਿੱਖ। ਫਿਰ ਪਾਤਸ਼ਾਹ ਸੀ ਤੇ ਪੀੜ੍ਹੀ ਦਰ ਪੀੜ੍ਹੀ ਸਿੱਖ ਹੋਏ ਨਾ, ਸਾਨੂੰ ਕੀ ਲੋੜ ਹੈ? ਮਹਾਰਾਜ ਕਹਿੰਦੇ ਨਹੀਂ ਭਾਈ। ਫਿਰ ਦਿਆਲ ਦਾਸ ਨੂੰ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਕੇ ਦਿਆਲ ਸਿੰਘ ਹੀ ਬੰਨਣਾ ਪਿਆ, ਤਾਂ ਪ੍ਰਵਾਨ ਹੋਇਆ। ਸਤਿਗੁਰੂ ਦਾਤੇ ਨੇ। ਸਤਿਗੁਰੂ ਨੂੰ ਪਤਾ ਵੀ ਇਹ ਸਾਡੇ ਘਰ ਦੇ ਨਾਲ ਜੁੜਿਆ, ਪੀੜ੍ਹੀ ਦਰ ਪੀੜ੍ਹੀ, ਇਹਦਾ ਭਲਾ ਕਰੀਏ। ਉਹ ਭਲਾ ਕਰਦੇ। ਫਿਰ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਬੰਦਾ ਲੱਖਾਂ ਹੀ ਯਤਨ ਕਰ ਲਵੇ ਤਾਂ ਵੀ ਉਹਨੂੰ ਪਾ ਨਹੀਂ ਸਕਦਾ ਹੈ। ਗੁਰ ਕਿਰਪਾ ਤੇ ਘਟ ਅੰਤਰ ਵਸਿਆ। ਗੁਰੂ ਕਿਰਪਾ ਦੇ ਨਾਲ ਉਹ ਬ੍ਰਹਮ ਜਿਹੜਾ ਹੈ ਸ਼ਬਦ ਦੇ ਨਾਲ ਜਾਣਿਆ ਵੀ ਅੰਦਰ ਵਸਿਆ ਹੋਇਆ ਹੈ। ਸ਼ਬਦੇ ਸੱਚ ਸਲਾਹ ਹੈ। ਤੇ ਗੁਰਮੁਖ ਫਿਰ ਸ਼ਬਦ ਦੇ ਨਾਲ ਸੱਚੇ ਦੀ ਸਲਵਤਾ ਕਰਦੇ ਹਨ। ਸੇ ਜਨ ਮਿਲੇ ਧੁਰ ਆਪ ਮਿਲਾਏ। ਉਹ ਗੁਰਮੁਖ ਮਿਲੇ ਨੇ ਜਿਨ੍ਹਾਂ ਨੂੰ ਧੁਰ ਰੂਪ ਪ੍ਰਮਾਤਮਾ ਨੇ ਆਪ ਆਪਣੇ ਨਾਲ ਮਿਲਾਇਆ ਹੈ। ਮਿਲੇ ਉਹ ਨੇ ਜਿਨ੍ਹਾਂ ਨੂੰ ਧੁਰ ਸਰੂਪ ਪ੍ਰਮਾਤਮਾ ਨੇ ਗੁਰੂ ਦੇ ਨਾਲ ਮਿਲਾਇਆ ਹੈ। ਜਾਂ ਮਿਲੇ ਉਹ ਨੇ ਜਿਨ੍ਹਾਂ ਨੇ ਸਤਿਗੁਰਾਂ ਨੂੰ ਕਿਰਪਾ ਕਰਕੇ ਆਪਣੀ ਸੰਗਤ ਦੇ ਨਾਲ ਮਿਲਾਇਆ। ਜਿੱਥੇ ਆਪਾਂ ਆ ਕੇ ਬੈਠੇ, ਜਿਹੜੇ ਸੰਗਤ ਦੇ ਵਿੱਚ ਮਿਲਾਏ ਨੇ ਉਹੀ ਗੁਰੂ ਨੂੰ ਆ ਕੇ ਮਿਲਦੇ ਹਨ। ਸਾਚੀ ਬਾਣੀ ਸ਼ਬਦ ਸੁਹਾਏ। ਸੱਚੀ ਉਪਦੇਸ਼ ਬਾਣੀ ਕਰਕੇ ਗੁਰਮੁਖ ਸੰਸਾਰ ਵਿੱਚ ਸੁਹਾਏ ਸ਼ੋਭਾ ਪਾਉਂਦੇ ਨੇ। ਜਿਨ੍ਹਾਂ ਨੇ ਬਾਣੀ ਪੜ੍ਹੀ, ਨਾਮ ਜਪਿਆ, ਸੰਸਾਰ ਵਿੱਚ ਸ਼ੋਭਦੇ ਹਨ। ਨਾਨਕ ਜਨ ਗੁਣ ਗਾਵੇ ਨਿਤ ਸਾਚੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੇਵਕ ਬਣ ਕੇ ਨਿਤਾ ਪ੍ਰਤੀ ਉਹਦੇ ਗੁਣਾਂ ਨੂੰ ਗੁਰਮੁਖ ਗਾਉਂਦੇ ਹਨ। ਗੁਣ ਗਾਵੇ ਗੁਣੀ ਸਮਾਹਾ ਹੈ। ਉਹ ਫਿਰ ਗੁਰਮੁਖ ਜਿਹੜੇ ਨੇ ਗੁਣ ਗਾ ਗਾ ਕੇ ਗੁਣ ਵਿੱਚ ਹੀ ਸਮਾ ਜਾਂਦੇ। ਗੁਣ ਗਾ ਗਾ ਕੇ ਜੋ ਗੁਣੀ ਸਰੂਪ ਪ੍ਰਮਾਤਮਾ ਹੈ ਉਸ ਪ੍ਰਮਾਤਮਾ ਦੇ ਵਿੱਚ ਹੀ ਉਹ ਸਮਾ ਜਾਂਦੇ ਆ, ਭੇਦ ਹੋ ਜਾਂਦੇ। ਨਾਮ ਜਪ ਕੇ ਉਹਦਾ ਰੂਪ ਹੋ ਜਾਂਦੇ, ਫਰਕ ਹੀ ਨਹੀਂ ਰਹਿ ਜਾਂਦਾ ਕੋਈ। ਹਰ ਹਰ ਜਨ ਦੋਈ ਏਕ ਹੈ। ਰੱਬ ਤੇ ਰੱਬ ਦਾ ਪਿਆਰਾ ਇੱਕੋ ਸਰੂਪ ਹੋ ਜਾਂਦੇ। ਬਾਣੀ ਪੜ੍ਹਨ ਵਾਲੇ, ਨਾਮ ਜਪਣ ਵਾਲਿਆਂ ਨੂੰ ਇਹ ਦਾਤਾਂ ਮਿਲੀਆਂ ਕਿ ਨਾਮ ਜਪ ਕੇ ਉਹਦਾ ਰੂਪ ਹੋ ਗਿਆ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ ਸਾਹਿਬ ਸਿਓ ਮੇਲੋ। ਨਾਨਕ ਜਨ ਗੁਣ ਗਾਵੇ ਨਿਤ ਸਾਚੇ। ਗੁਣ ਗਾਵੇ ਗੁਣੀ ਸਮਾਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।